मन मुख आड़े डूबे हक न्याय, डूबे हक न्याय। दुहा सिरिया आपे खसम वेखे करव्यो पाए, वेखे करव्यो पाए। नानक एवे जानिए सब किश तिस है रडाए, सब किश तिस है रडाए। नानक इवें जानिए, नानक इवें जानिए, नानक इवें जानिए, नानक इवें जानिए। साहिब जियो श्लोक महला दूजा। मंत्री होए अठूहिया नागी लगे जाए। अपन हथी अपने दे कूचा आपे लाए। हुक्म पया तुर खसम का अति हूँ धक्का खाए। गुरमुख स्यों मन मुख अड़े डूबे हक न्याय। दुहा सिरिया का दुहा सिरिया आपे खसम वेखै कर प्यो पाए। नानक एवं जानिए सब किछ तिसै रझाए। वाहिगुरु जी का खालसा वाहिगुरु जी की फतेह। दसां पातशाहियां दी जोत शब्द गुरु दीन दुनिया दे मालक श्री गुरु ग्रंथ साहिब जी की पावन पवित्र हजूरी विच सुभाएमान गुरु रूप साध संगत जीओ। अज सतगुरु गुरु अंगद देव जी की बाणी विचों इस श्लोक का दूसरा भाग आपां विचारांगे। इस श्लोक विच एक पासे गुरमुख की वडियाई शोभा, क्योंकि वड्डे नाल जुड़न करके आप मुहारे गुरमुख की जिंदगी विच शोभा वडियाई चौवां पासियों उहदी बरकतां नाल जीवन भरपूर हुंदा है। इउं जाणो जिस मनुख दे मन विच शब्द दा टिकाव हुंदा है, नाम टिक जांदा है। ये शरीर उस गुरमुख दा मिट्टी दा इस धरती ते खाक दा ही बनिया है, पर उहदा अंदरला हिस्सा जिहड़ा है परलोक परमात्मा दीयां बरकतां नाल भरिया जांदा है। परमात्मा दा बल उहदे विच परिपूर्ण हो जाता है, भरिया जाता है। वो एक तरह नाल चलदी हुई एक इस ब्रह्मंड की सरकार है, जिहदे हथ विच सब कुछ है।
ਭਾਵੇਂ ਕਿ ਉਹ ਖੁਦ ਨਿਮਾਣਾ ਹੈ, ਇਹ ਸਭ ਕੁਝ ਪਾ ਕੇ ਵੀ ਉਹ ਕਿਸੇ ਚੀਜ਼ ਨੂੰ ਜਨਾਉਣਾ ਨਹੀਂ ਚਾਹੁੰਦਾ। ਹਜ਼ੂਰ ਨੇ ਬਚਨ ਕੀਤੇ ਬਾਣੀ ਦੇ ਵਿੱਚ, ਭਗਤ ਦੀ ਨਿਸ਼ਾਨੀ ਦੱਸੀ, ਕਹਿੰਦੇ ਤਾਨ ਹੁੰਦੇ ਹੋਏ ਨਿਤਾਣਾ, ਮਾਣ ਹੁੰਦੇ ਹੋਏ ਨਿਮਾਣਾ, ਅਣ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਉਹਦੀ ਆਪਣੀ ਕੋਈ ਖੁਆਇਸ਼, ਕੋਈ ਮਰਜ਼ੀ, ਕੋਈ ਹੰਕਾਰ ਨਹੀਂ, ਪਰ ਜਦੋਂ ਆਪਣਾ ਆਪ ਇੰਨੀ ਕਮਾਈ ਕਰਕੇ ਅੰਦਰੋਂ ਨਿਰਮਾਣ ਹੋ ਜਾਂਦਾ ਹੈ, ਅਕਾਲ ਪੁਰਖ ਉਹਦੇ ਤੇ ਰੀਝ ਪੈਂਦਾ, ਉਹਦੇ ਤੇ ਖੁਸ਼ ਹੋ ਜਾਂਦਾ ਹੈ। ਫਿਰ ਤਾਂ ਕਹਿੰਦੇ ਕਿ ਉਹ ਪਰਮਾਤਮਾ ਇਸ ਤਰ੍ਹਾਂ ਹੈ, ਜੇ ਇੱਕ ਅਰਥ ਲਈਏ, ਇੱਕ ਉਦਾਹਰਨ ਲਈਏ, ਤੇ ਜਿਵੇਂ ਇੱਕ ਬਾਰੂਦ ਦਾ ਢੇਰ ਹੈ, ਇੰਨੀ ਸ਼ਕਤੀ ਉਹਦੇ ਵਿੱਚ, ਇੰਨੀ ਤਾਕਤ ਹੈ, ਪਰ ਉਹ ਉਹਨਾਂ ਚਿਰ ਉਹ ਬਾਰੂਦ ਜਿਹੜਾ ਹਰਕਤ ਵਿੱਚ ਨਹੀਂ ਆਉਂਦਾ, ਕੁਝ ਨਹੀਂ ਕਰਦਾ, ਜਿੰਨਾ ਚਿਰ ਉਹਨੂੰ ਕੋਈ ਛੇੜਦਾ ਨਹੀਂ। ਪਰ ਜਦੋਂ ਕੋਈ ਉਹਦੇ ਨਾਲ ਕੋਈ ਹਰਕਤ ਕਰਦਾ ਹੈ ਤਾਂ ਉਹ ਤਾਕਤ ਨਾਲ ਭਰਿਆ ਹੋਇਆ। ਇਸ ਤਰ੍ਹਾਂ ਜਿਹੜਾ ਅੱਜ ਦੇ ਸ਼ਬਦ ਵਿੱਚ ਹਜ਼ੂਰ ਨੇ ਇੱਕ ਪਾਸੇ ਗੁਰਮੁਖ ਦੀ ਚੜ੍ਹਦੀ ਕਲਾ ਦੀ ਗੱਲ ਕੀਤੀ ਕਿ ਪ੍ਰਮਾਤਮਾ ਉਹਦੀ ਰਾਖੀ ਕਰਦਾ ਹੈ, ਸੁਖੌਟੀ ਕਰਦਾ ਹੈ, ਉਹ ਭਾਵੇਂ ਨਾ ਵੀ ਚਾਹੇ, ਪਰ ਜੇ ਉਹਨੂੰ ਕੋਈ ਦੁੱਖ ਦਿੰਦਾ ਹੈ, ਅਕਾਲ ਪੁਰਖ ਵੱਲੋਂ ਉਸ ਮਨੁੱਖ ਨੂੰ ਸਜ਼ਾ ਮਿਲਦੀ ਹੈ। ਸਤਿਗੁਰੂ ਨੇ ਬਾਣੀ ਵਿੱਚ ਬਚਨ ਵੀ ਕੀਤੇ ਕਿ ਨਿੰਦਕ ਗੁਰ ਕਿਰਪਾ ਤੇ ਹਟਿਓ, ਪਾਰ ਬ੍ਰਹਮ ਪ੍ਰਭ ਭੈ ਕਿਰਪਾਲਾ, ਸ਼ਿਵ ਕੈ ਬਾਣ ਸਿਰ ਕਾਟਿਓ। ਇਹ ਸਾਰੇ ਸ਼ਬਦ ਹੋਰ ਵੀ ਕਈ ਤਰ੍ਹਾਂ ਦੇ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤੇ ਨੇ, ਜਿਹਦੇ ਅੰਦਰ ਇਹ ਗੱਲ ਕਹੀ ਗਈ ਹੈ ਕਿ ਗੁਰਮੁਖ ਦਾ ਜਿਹੜਾ ਨਿੰਦਕ ਹੈ ਉਹ ਗੁਰਮੁਖ ਹੋਵੇ ਸਹੀ, ਇਹ ਨਹੀਂ ਕਿ ਗੁਰਮੁਖ ਆਪ ਵੀ ਅੰਦਰੋਂ ਉਹਦਾ ਨੁਕਸਾਨ ਕਰਨਾ ਚਾਹੁੰਦਾ ਹੋਵੇ, ਫਿਰ ਨਹੀਂ ਇਹ ਵਾਪਰੇਗਾ। ਗੁਰਮੁਖ ਦੇ ਅਰਥ ਨੇ ਉਹ ਆਪਣੇ ਦੁਸ਼ਮਣ ਦਾ ਵੀ ਭਲਾ ਚਾਹੀ ਜਾ ਰਿਹਾ, ਕਿਸੇ ਦੇ ਵਿਰੋਧ ਵਿੱਚ ਨਹੀਂ ਹੈ। ਤਾਂ ਜਦੋਂ ਕੋਈ ਇੰਨਾ ਨਿਰਮਲ ਹੋ ਜਾਏ, ਇੰਨਾ ਮੈਲ ਤੋਂ ਰਹਿਤ, ਈਰਖਾ ਤੋਂ ਰਹਿਤ ਹੋ ਜਾਏ, ਫਿਰ ਉਸ ਬੰਦੇ ਨੂੰ ਦੁੱਖ ਦੇਣਾ ਖਤਰੇ ਤੋਂ ਖਾਲੀ ਨਹੀਂ ਹੈ, ਕਿਉਂਕਿ ਸਾਰੇ ਬ੍ਰਹਿਮੰਡ ਦੀ ਸ਼ਕਤੀ ਉਹਦੇ ਵੱਲ ਹੈ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਉਹਨੂੰ ਕਿਸੇ ਚੀਜ਼ ਦੀ ਮੋਹਸ਼ੰਦਗੀ ਨਹੀਂ, ਕਿਸੇ ਚੀਜ਼ ਦੀ ਉਹ ਕਦੀ ਵੀ ਜ਼ਿੰਦਗੀ ਦੇ ਵਿੱਚ ਮੁਹਤਾਜੀ ਨਹੀਂ ਕਰਦਾ। ਉਹਦੇ ਵੱਲ ਇੰਨੀ ਤਾਕਤ ਆ ਜਾਂਦੀ ਕਿ ਉਹ ਤਾਕਤ ਉਡੀਕਦੀ ਰਹਿੰਦੀ ਹੈ ਵੀ ਕਦੋਂ ਇਹਨੂੰ ਕੋਈ ਇਹਦੇ ਜੀਵਨ ਦੇ ਵਿੱਚ ਰੁਕਾਵਟ ਪਾਵੇ ਤੇ ਉਹ ਸਰੋੜੇ ਨੂੰ ਚੁੱਕ ਕੇ ਪਾਸੇ ਕਰ ਦਿਆਂ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ, ਸਾਰਾ ਕੁਝ ਸੌਂਪ ਦਿੱਤਾ, ਸਾਰੇ ਅਧਿਕਾਰ ਦੇ ਦਿੱਤੇ ਭਗਤ ਨੂੰ, ਸਭ ਕੁਝ ਉਹਦੇ ਹੱਥਾਂ ਵਿੱਚ ਦੇ ਦਿੱਤਾ, ਤੇ ਕਿਆ ਜਿਹੜੀ ਚੀਜ਼ ਨੂੰ ਵਰਤਣਾ ਚਾਹੁੰਦਾ ਵਰਤ ਲੈ। ਪਰ ਮੈਂ ਕੱਲ ਬੇਨਤੀ ਕੀਤੀ ਸੀ, ਜਿਹਨੂੰ ਅਕਾਲ ਪੁਰਖ ਸ਼ਕਤੀ ਦਿੰਦਾ ਹੈ ਉਹਦੇ ਤੋਂ ਪਹਿਲਾਂ ਉਹਨੂੰ ਨਿਮਰਤਾ ਦਿੰਦਾ ਹੈ। ਉਹ ਫਿਰ ਉਹਨਾਂ ਚੀਜ਼ਾਂ ਦੀ ਵਰਤੋਂ ਗਲਤ ਨਹੀਂ ਕਰਦਾ, ਭਾਣੇ ਵਿੱਚ ਜਿਉਣ ਲੱਗ ਪੈਂਦਾ, ਉਸ ਦਾ ਬੰਦਾ ਬਣ ਜਾਂਦਾ, ਉਹਦੀ ਬੰਦੀ ਵਿੱਚ ਰਹਿੰਦਾ ਹੈ। ਤੁਧ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ, ਲਖਮੀ ਤੋਟ ਨਾ ਆਵਈ, ਖਾਏ ਖਰਚ ਰਹੰਦਾ, ਕਿਸੇ ਚੀਜ਼ ਦੀ ਉਸ ਨੂੰ ਕਮੀ ਨਹੀਂ ਆਉਂਦੀ। ਇਹ ਸਾਰੇ ਲਫ਼ਜ਼ ਜੇ ਤੇ ਲੋਭੀ ਬਿਰਤੀ ਨਾਲ ਸੁਣਾਂਗੇ ਤੇ ਗੱਲ ਪਲਟ ਜਾਏਗੀ। ਫਿਰ ਤੇ ਬੰਦਾ ਕਹੇਗਾ ਵੀ ਲਖਮੀ ਬਹੁਤ ਆ ਜਾਏਗੀ, ਮਾਇਆ ਬੜੀ ਆ ਜਾਏਗੀ। ਤਾਂ ਜੇ ਇੱਛਾ ਮਾਇਆ ਦੀ ਹੈ ਫਿਰ ਉਹ ਗੱਲ ਨਹੀਂ ਬਣਦੀ। ਉਹਦੇ ਕੋਲ ਜ਼ਿਆਦਾ ਆਵੇ ਤਾਂ ਵੀ ਉਹ ਵਰਤ ਲੈਂਦਾ, ਉਹਦੇ ਕੋਲ ਘੱਟ ਰਵੇ ਤੇ ਤਾਂ ਵੀ ਅੰਦਰੋਂ ਤੜਫਦਾ ਨਹੀਂ। ਇੱਕੋ ਜਿਹੀ ਦਸ਼ਾ ਬਣੀ ਰਹਿੰਦੀ। ਤੈਸਾ ਸਵਰਨ ਤੈਸੀ ਉਸ ਮਾਟੀ, ਦੋਵੇਂ ਚੀਜ਼ਾਂ ਇੱਕੋ ਜਿਹੀਆਂ, ਦੋਵਾਂ ਦਾ ਮੁੱਲ ਇੱਕੋ ਜਿਹਾ ਪੈ ਜਾਂਦਾ ਉਹਦੀ ਜ਼ਿੰਦਗੀ ਵਿੱਚ। ਨਾ ਸੋਨਾ ਤੇ ਮਿੱਟੀ ਇੱਕੋ ਜਿਹਾ। ਇਹਦਾ ਅਰਥ ਇਹ ਨਹੀਂ ਕਿ ਸੋਨਾ ਹੀ ਮਿੱਟੀ ਬਣ ਜਾਂਦਾ ਹੈ, ਮਿੱਟੀ ਵੀ ਤਾਂ ਸੋਨਾ ਬਣ ਸਕਦੀ ਹੈ ਨਾ।
ਆਮ ਤੌਰ ਤੇ ਅਸੀਂ ਕਹਿੰਦੇ ਹਾਂ ਇਹ ਸਾਰਾ ਸੰਸਾਰ ਉਹਨੂੰ ਮਿੱਟੀ ਦਿਸਦਾ ਹੈ। ਤਾਂ ਜੇ ਸੋਨਾ ਮਿੱਟੀ ਦਿਸਦਾ ਹੈ ਤਾਂ ਉਹਨੂੰ ਮਿੱਟੀ ਵੀ ਸੋਨਾ ਦਿਸਦੀ ਹੈ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ। ਕਿੱਡੀ ਵੱਡੀ ਦਸ਼ਾ ਹੋਵੇਗੀ। ਸਤਿਕਾਰ ਵੀ ਉਸੇ ਤਰ੍ਹਾਂ ਲੱਗੇ ਤੇ ਅਪਮਾਨ ਵੀ ਉਸੇ ਤਰ੍ਹਾਂ ਲੱਗੇ। ਇਹ ਦਸ਼ਾ ਜਿੱਦਣ ਆਏਗੀ ਫਿਰ ਆਪਾਂ ਕਹਿ ਸਕਦੇ ਹਾਂ ਭਗਤ ਹੈ, ਇਹ ਬ੍ਰਹਮ ਗਿਆਨੀ ਹੈ। ਜੇ ਤਾਂ ਮਿਲਿਆ ਸਤਿਕਾਰ ਫਿਰ ਤਾਂ ਖਿੜ ਗਏ, ਜੇ ਮਿਲਿਆ ਅਪਮਾਨ ਫਿਰ ਲਾਟਾਂ ਨਿਕਲਣ ਲੱਗ ਪਈਆਂ ਵਿੱਚੋਂ। ਤਾਂ ਜਿਹੜਾ ਗੁਰਮੁਖ ਸ਼ਬਦ ਵਰਤਿਆ ਉਹਦਾ ਜਦੋਂ ਅਪਮਾਨ ਵੀ ਕਿਤੇ ਹੋਵੇਗਾ ਉਹ ਕਦੀ ਉਹਦੇ ਉੱਤੇ ਬਹੁਤੀ ਜਲਦੀ ਐਕਸ਼ਨ ਨਹੀਂ ਕਰੇਗਾ, ਬਹੁਤੀ ਜਲਦੀ ਉਹਦੇ ਉੱਤੇ ਫੈਸਲਾ ਨਹੀਂ ਲਏਗਾ, ਕਿਉਂਕਿ ਉਹਨੂੰ ਪਤਾ ਹੈ। ਔਰ ਇੱਕ ਹੋਰ ਬੜੀ ਇਹ ਵੱਡੀ ਗੱਲ ਹੈ ਕਿ ਜਦੋਂ ਕੋਈ ਕਿਸੇ ਗੁਰਮੁਖ ਦਾ, ਕਿਉਂਕਿ ਸਾਰਾ ਸ਼ਬਦ ਇਹਦੇ ਨਾਲ ਸੰਬੰਧਿਤ ਹੈ, ਗੁਰਮੁਖ ਨਾਲ ਜੋ ਈਰਖਾ ਕਰ ਰਿਹਾ ਉਹਦੇ ਨਾਲ ਜਦੋਂ ਕੋਈ ਈਰਖਾ ਕਰਦਾ, ਉਹਦੀ ਨਿੰਦਿਆ ਕਰਦਾ ਹੈ, ਜਦੋਂ ਉਹ ਗੁਰਮੁਖ ਚੁੱਪ ਹੋ ਜਾਂਦਾ, ਉਹਦਾ ਜਵਾਬ ਨਹੀਂ ਦਿੰਦਾ, ਫਿਰ ਉਹਦੀ ਥਾਂ ਤੇ ਰੱਬ ਜਵਾਬ ਦੇਣ ਵਾਸਤੇ ਖੜਾ ਹੋ ਜਾਂਦਾ ਹੈ। ਉਹ ਤਾਂ ਦਿੰਦਾ ਜਵਾਬ, ਪਹਿਲਾਂ ਨਹੀਂ। ਜੇ ਅਸੀਂ ਆਪ ਹੀ ਜਵਾਬ ਦਿੱਤੇ, ਜੇ ਅਸੀਂ ਆਪ ਹੀ ਬਹਿਸ ਵਿੱਚ ਪੈ ਗਏ, ਜੇ ਆਪਣੀ ਜ਼ਿੰਦਗੀ ਵਿੱਚ ਅਸੀਂ ਲੋਕਾਂ ਨੂੰ ਆਪ ਹੀ ਹਰਾਉਣਾ ਸ਼ੁਰੂ ਕਰ ਦਿੱਤਾ, ਫਿਰ ਗੁਰੂ ਨੂੰ ਤੇ ਕੰਮ ਕਰਨ ਦਾ ਵਕਤ ਹੀ ਨਹੀਂ ਮਿਲਦਾ, ਉਹ ਕਦੋਂ ਕਰੇਗਾ। ਇਸ ਕਰਕੇ ਲਖਮੀ ਤੋਟ ਨਾ ਆਵੇ, ਖਾਏ ਖਰਚ ਰਹੰਦਾ। ਅੱਗੇ ਇੱਕ ਹੋਰ ਬੜਾ ਪਿਆਰਾ ਲਫ਼ਜ਼ ਕਿਹਾ ਹੈ, ਹਜ਼ੂਰ ਕਹਿੰਦੇ ਇਹ ਵੈਰੀ ਮਿੱਤਰ ਸਭ ਕੀਤਿਆਂ, ਨਹਿ ਮੰਗੈ ਮੰਦਾ। ਇਹ ਸਾਰੀਆਂ ਨਾਮੀ ਮਨੁੱਖ ਦੀਆਂ ਅੰਦਰ ਦੀਆਂ ਅਵਸਥਾਵਾਂ ਨੇ। ਉਹਦੀ ਵਿਚਾਰਧਾਰਾ ਇਸ ਤਰ੍ਹਾਂ ਦੀ ਬਣ ਜਾਂਦੀ ਹੈ, ਵੈਰੀ ਤੇ ਮਿੱਤਰ ਇੱਕੋ ਜਿਹੇ ਹੋ ਗਏ, ਦੋਵਾਂ ਵਿੱਚ ਕੋਈ ਫਰਕ ਨਹੀਂ ਦਿਸਦਾ। ਇਹ ਵੈਰੀ ਮਿੱਤਰ ਸਭ ਕੀਤਿਆਂ, ਇਸ ਤਰ੍ਹਾਂ ਦੀ ਦਸ਼ਾ ਬਣ ਗਈ ਕਿ ਜੇ ਕੋਈ ਵੈਰੀ ਹੈ, ਦੁਸ਼ਮਣ ਹੈ, ਇੱਕ ਪੱਖ ਵਿੱਚ ਬਾਹਰੋਂ ਉਹਦੇ ਨਾਲ ਗੱਲ ਉਸੇ ਤਰ੍ਹਾਂ ਚੱਲਦੀ, ਪਰ ਅੰਦਰੋਂ ਉਹਦਾ ਵੀ ਭਲਾ ਚਾਹੁੰਦਾ ਹੈ, ਅੰਦਰੋਂ ਉਹਦੇ ਵਾਸਤੇ ਵੀ ਭਲਾ ਮੰਗਦਾ ਹੈ। ਜਿੱਦਣ ਇਹ ਦਸ਼ਾ ਬਣ ਗਈ ਉਸ ਦਿਨ ਸਮਝ ਲੈਣਾ ਕਿ ਹੁਣ ਥੋੜਾ ਜਿਹਾ ਵੀ ਜਪਿਆ ਹੋਇਆ ਨਾਮ ਬਹੁਤਾ ਬਣ ਜਾਏਗਾ। ਇਹਨੂੰ ਕਹਿੰਦੇ ਨੇ ਕਿ ਅੰਦਰ ਇੱਕ ਪਰਾਈ ਤਾਤ ਹੈ ਜਿਹੜੀ ਖਤਮ ਹੋ ਗਈ, ਜਿਹੜੀ ਬਹੁਤ ਅੰਦਰ ਸੇਕ ਕਰਦੀ ਹੈ ਮਨੁੱਖ ਦੇ, ਬਹੁਤ ਅੰਦਰ ਉਹਨੂੰ ਬਾਲਦੀ ਹੈ, ਬੜੀ ਧੁਖ ਲਾਈ ਰੱਖਦੀ ਹੈ। ਦਿਨ ਰਾਤ ਸੌਂਦਿਆਂ ਜਾਗਦਿਆਂ ਬੰਦੇ ਦੇ ਅੰਦਰਲੇ ਧਨ ਨੂੰ ਉਹ ਜਿਹੜੀ ਚੀਜ਼ ਹੈ ਸਾੜਦੀ ਰਹਿੰਦੀ ਹੈ, ਤੇ ਇਹ ਕਿਹਦੇ ਨਾਲ ਮਿਟੇਗੀ? ਮਿਟਦੀ ਨਹੀਂ। ਬੜੀਆਂ ਚੀਜ਼ਾਂ ਮਿਟ ਜਾਂਦੀਆਂ ਨੇ, ਧਿਆਨ ਦਿਓ। ਕਾਮ ਮਿਟ ਸਕਦਾ ਹੈ, ਲੋਭ ਵੀ ਮਿਟ ਸਕਦਾ ਹੈ, ਮੋਹ ਵੀ ਮਿਟ ਸਕਦਾ ਹੈ, ਪਰ ਮੈਂ ਹੰਕਾਰ ਬਾਰੇ ਨਹੀਂ ਕਵਾਂਗਾ, ਕਿਉਂਕਿ ਹੰਕਾਰ ਦੇ ਨਾਲ ਹੀ ਸੰਬੰਧਿਤ ਈਰਖਾ ਹੈ, ਨਾ ਹੀ ਕ੍ਰੋਧ ਨੂੰ ਵਿੱਚ ਲਿਆਂਦਾ ਜਾ ਸਕਦਾ। ਇਹ ਵੀ ਤਿੰਨ ਵਿਕਾਰ ਬਹੁਤ ਵੱਡੇ, ਕਾਮ, ਮੋਹ ਤੇ ਲੋਭ। ਕੋਈ ਬੰਦਾ ਤਿਆਗੀ ਵੀ ਹੋ ਜਾਏ ਬੜੀ ਚੰਗੀ ਗੱਲ ਹੈ, ਧਨ ਤਿਆਗ ਦਿੱਤਾ, ਘਰ ਤਿਆਗ ਦਿੱਤਾ, ਪਰਿਵਾਰ ਤਿਆਗ ਦਿੱਤਾ, ਗ੍ਰਸਥ ਤਿਆਗ ਦਿੱਤਾ, ਜਾਇਦਾਦ ਛੱਡ ਦਿੱਤੀ, ਤਿਆਗੀ ਹੋ ਗਿਆ। ਲੋਭ ਤਿਆਗ ਦਿੱਤਾ, ਵਾਸ਼ਨਾ ਤਿਆਗੀ ਗਈ, ਔਰ ਮੋਹ ਵੀ ਤਿਆਗ ਦਿੱਤਾ, ਸਖਤ ਕਰ ਦਿੱਤਾ ਅੰਦਰ ਨੂੰ। ਸਤਿਗੁਰੂ ਨੇ ਕਿਹਾ ਜਦੋਂ ਇਹ ਤਿੰਨੇ ਤਿਆਗ ਦਿੱਤੇ ਤੇ ਇੱਕ ਬੜੀ ਵੱਡੀ ਰੁਕਾਵਟ ਅੱਗੇ ਖੜੀ, ਉਹਨੂੰ ਕਹਿੰਦੇ ਪਰਾਈ ਤਾਤ। ਪਰਾਈ ਤਾਤ, ਤਾਤ ਦਾ ਮਤਲਬ ਹੁੰਦਾ ਈਰਖਾ। ਤਾਤ ਦੇ ਅਰਥ ਨੇ ਕਿ ਅੰਦਰ ਨੇ ਕਿਸੇ ਨੂੰ ਵੇਖ ਕੇ ਸਿਖਾਉਣਾ ਨਾ, ਕਿ ਕੋਈ ਹੋਰ ਵੀ ਇਸ ਧਰਤੀ ਤੇ ਮੇਰੇ ਵਰਗਾ ਹੈ। ਇਹ ਆਮ ਤੌਰ ਤੇ ਉਹਨਾਂ ਲੋਕਾਂ ਵਿੱਚ ਹੁੰਦੀ ਹੈ ਜਿਹੜੇ ਕਿਸੇ ਦੌੜ ਵਿੱਚ ਹੁੰਦੇ ਨੇ, ਜਿਹੜੇ ਅਜੇ ਰਸਤੇ ਵਿੱਚ ਹੁੰਦੇ ਨੇ।
ਰਸਤੇ ਵਿੱਚ ਹੋਣ ਵਾਲੇ ਹੀ ਇੱਕ ਦੂਜੇ ਨਾਲ ਜਿੱਦਦੇ ਨੇ, ਇੱਕ ਦੂਜੇ ਨਾਲ ਦੌੜਦੇ ਨੇ, ਇੱਕ ਦੂਜੇ ਤੋਂ ਅੱਗੇ ਪਿੱਛੇ ਦੀ ਗੱਲ ਸੋਚਦੇ ਨੇ। ਜਿਹੜੇ ਸਿਰੇ ਤੇ ਚਲੇ ਗਏ ਉਹਨਾਂ ਨੇ ਹੋਰ ਕੀ ਦੌੜਨਾ, ਉਹਨੇ ਕਿਸੇ ਨਾਲ ਕੀ ਦੌੜਨਾ, ਉਹ ਤੇ ਚੱਲੇ ਹੀ ਇੰਨੇ ਅੱਗੇ ਗਏ ਕਿ ਅੱਗੇ ਦੌੜਨ ਵਾਸਤੇ ਥਾਂ ਹੀ ਕੋਈ ਨਹੀਂ। ਸਿਰਾ ਆ ਗਿਆ, ਸਿਰੇ ਤੇ ਤੁਰ ਗਏ, ਫਿਰ ਉੱਥੇ ਈਰਖਾ ਨਹੀਂ। ਸਿਰ ਜਿੰਨਾ ਚਿਰ ਕੋਈ ਰਾਹ ਵਿੱਚ ਹੈ ਉਹਨਾਂ ਚਿਰ ਈਰਖਾ ਵਿੱਚ ਹੈ, ਉਹਨਾਂ ਚਿਰ ਉਹ ਦੌੜੇਗਾ ਮੇਰੇ ਤੋਂ ਕੋਈ ਅੱਗੇ ਨਾ ਨਿਕਲ ਜਾਏ। ਸਾਰੇ ਖਿੱਤਿਆਂ ਵਿੱਚ ਹੈ, ਮਾਇਆ ਦੇ ਸੰਬੰਧ ਵਿੱਚ ਵੀ ਹੈ। ਜੇ ਕੋਈ ਵਪਾਰ ਕਰਦਾ, ਬਿਜ਼ਨਸ ਕਰਦਾ, ਉਹਦੇ ਵਿੱਚ ਵੀ ਬੰਦਾ ਸੋਚਦਾ ਵੀ ਇਸ ਸ਼ਹਿਰ ਵਿੱਚ ਮੈਂ ਕਿਹੜੇ ਨੰਬਰ ਤੇ ਹਾਂ, ਬਿਜ਼ਨਸ ਦੇ ਤੌਰ ਤੇ, ਮਾਇਆ ਦੇ ਤੌਰ ਤੇ। ਜੇ ਕੋਈ ਆਦਮੀ, ਬੱਚੇ ਸਕੂਲ ਵਿੱਚ ਪੜ੍ਹਦੇ ਨੇ, ਉੱਥੇ ਵੀ ਇਹ ਹਾਲਾਤ ਹੈ, ਕੌਣ ਅੱਗੇ ਹੈ, ਕੌਣ ਪਿੱਛੇ ਹੈ। ਇਸੇ ਤਰ੍ਹਾਂ ਸੁੰਦਰਤਾ ਦੇ ਸੰਬੰਧ ਵਿੱਚ ਵੀ ਮੁਕਾਬਲੇ ਹੁੰਦੇ ਕਿ ਜ਼ਿਆਦਾ ਸੁੰਦਰ ਕੌਣ ਹੈ, ਕਰੂਪ ਕਿਹੜਾ ਹੈ। ਸਰੀਰ ਵਿੱਚ ਸ਼ਕਤੀ ਕਿੰਨੀ ਹੈ, ਇਹ ਵੀ ਮੁਕਾਬਲੇ ਨੇ, ਇੱਕ ਦੂਜੇ ਤੋਂ ਅੱਗੇ ਲੰਘਣ ਦੀ ਹੋੜ ਹੈ। ਇਸੇ ਤਰ੍ਹਾਂ ਧਾਰਮਿਕ ਦੁਨੀਆ ਦੇ ਵਿੱਚ ਵੀ, ਧਰਮ ਦੇ ਮਾਰਗ ਤੇ ਵੀ, ਵੈਸੇ ਉਹਨੂੰ ਧਰਮ ਦਾ ਮਾਰਗ ਹੁੰਦਾ ਨਹੀਂ, ਉਹਨੂੰ ਕਹਿੰਦੇ ਗਿਆਨ ਦੇ ਮਾਰਗ ਤੇ ਵੀ ਲੋਕ ਇੱਕ ਦੂਜੇ ਤੋਂ ਡਰੇ ਰਹਿੰਦੇ ਨੇ, ਘਬਰਾਏ ਰਹਿੰਦੇ ਨੇ। ਡਰ ਕਾਹਦਾ ਹੈ, ਘਬਰਾ ਕਾਹਦਾ ਹੈ, ਚਿੰਤਾ ਕਾਹਦੀ ਹੈ, ਜਦ ਕਿ ਸਾਰੀ ਵਿਆਖਿਆ ਤੇ ਉਸ ਚੀਜ਼ ਦੀ ਹੈ ਜਿੱਥੇ ਚਿੰਤਾ ਨਹੀਂ, ਜਿੱਥੇ ਦੌੜ ਨਹੀਂ, ਜਿੱਥੇ ਅੱਗੇ ਪਿੱਛੇ ਲੰਘਣ ਦੀ ਗੱਲ ਹੀ ਨਹੀਂ, ਪਰ ਚਿੰਤਾ ਹੈ। ਚਿੰਤਾ ਇਹ ਹੈ ਕਿ ਮੇਰਾ ਗਿਆਨ ਕਿਸੇ ਤੋਂ ਘੱਟ ਨਾ ਹੋ ਜਾਏ ਕਿਤੇ। ਇਸ ਦੁੱਖ ਵਿੱਚ ਆਦਮੀ ਜੀ ਰਿਹਾ ਹੈ, ਇਹ ਉਹਦਾ ਦੁੱਖ ਹੈ, ਇਹ ਉਹਦੀ ਚਿੰਤਾ ਹੈ, ਇਹ ਉਹਦੇ ਜੀਵਨ ਦੀ ਬੜੀ ਡੂੰਘੀ ਪੀੜਾ ਹੈ। ਤਾਂ ਇਹ ਸਾਰੀਆਂ ਚੀਜ਼ਾਂ ਤਾਤ ਨਾਲ ਸੰਬੰਧਿਤ ਨੇ, ਔਰ ਜਿੰਨਾ ਚਿਰ ਅੰਦਰ ਤਾਤ ਰਹਿੰਦੀ ਹੈ, ਈਰਖਾ ਰਹਿੰਦੀ ਹੈ, ਉਤਨਾ ਸਮਾਂ ਅਸੀਂ ਜੋ ਵੀ ਧਾਰਮਿਕ ਕਰਮ ਕਰਾਂਗੇ ਉਹ ਈਰਖਾ ਦੀ ਅੱਗ ਉਹਨੂੰ ਨਾਲੋਂ ਨਾਲ ਸਾੜ ਕੇ ਸੁਆਹ ਕਰਦੀ ਜਾਏਗੀ, ਨਾਲੋਂ ਨਾਲ ਸਾੜੀ ਜਾਏਗੀ, ਉਹਦੇ ਵਿੱਚੋਂ ਬਚੇਗਾ ਕੁਝ ਨਹੀਂ। ਚੰਗੀ ਗੱਲ ਹੈ ਕੋਈ 5 ਪਾਠ ਸੁਖਮਣੀ ਸਾਹਿਬ ਦਾ ਕਰੇ, ਬਹੁਤ ਵਧੀਆ ਗੱਲ, ਨਮਸਕਾਰ ਹੈ ਨਿਕਾਲਣਾ ਨੂੰ। ਚੰਗੀ ਗੱਲ ਹੈ ਕੋਈ ਕਈ ਸਾਲਾਂ ਤੋਂ ਭਾਂਡਿਆਂ ਦੀ ਸੇਵਾ ਕਰ ਰਿਹਾ, ਬਹੁਤ ਵਧੀਆ ਗੱਲ ਹੈ, ਉਹਦੇ ਹੱਥ ਸਫਲ ਨੇ, ਉਹਨੂੰ ਨਮਸਕਾਰ ਕਰਨੀ ਬਣਦੀ ਹੈ। ਕੋਈ ਦਾਨ ਕਰਦਾ ਤਾਂ ਵੀ ਚੰਗੀ ਗੱਲ ਹੈ, ਸਭ ਕੁਝ ਚੰਗਾ ਹੈ। ਪਰ ਇੱਕ ਗੱਲ ਖਿਆਲ ਰੱਖਣਾ ਚਾਹੀਦਾ, ਕੋਈ ਬੰਦਾ 1 ਸਾਲ ਧਨ ਕਮਾਉਂਦਾ ਰਹੇ, ਥੱਕਦਾ ਰਵੇ, ਦਿਨ ਰਾਤ ਭੱਜਦਾ ਰਵੇ, ਦੌੜਦਾ ਰਵੇ, ਤੇ ਮਾਇਆ ਦੀਆਂ ਗੱਠੀਆਂ ਲਿਆ ਕੇ ਰੱਖ ਉੱਥੇ ਦੇ ਜਿੱਥੇ ਅੱਗ ਬਲਦੀ ਏ ਪਈ, ਜਿੱਥੇ ਅਗਨੀ ਦੇ ਭਾਂਬੜ ਨੇ, ਰੱਖਦਾ ਉੱਥੇ ਉਸ ਧਨ ਨੂੰ। ਤਾਂ 1 ਸਾਲ ਧਨ ਕਮਾਇਆ ਕੀ ਅਰਥ ਕਰੇਗਾ, ਕਿਉਂਕਿ ਲਿਆ ਕੇ ਰੱਖ ਤੇ ਅੱਗ ਕੋਲ ਦਿੱਤਾ, ਉਹਨੇ ਸਾੜ ਕੇ ਸੁਆਹ ਕਰ ਦਿੱਤਾ। ਇੰਨੀ ਘਾਲਣਾ ਕੀਤੀ ਤਾਂ ਤਰਸ ਆਉਂਦਾ ਹੈ, ਇੰਨੀ ਕਮਾਈ, ਇੰਨੀ ਘਾਲਣਾ, ਇੰਨੀ ਨੀਂਦ ਗਵਾਣੀ, ਇੰਨਾ ਜਾਗਣਾ, ਇਹ ਸਾਰਾ ਕੁਝ ਕਰ ਕਰਾ ਕੇ ਰੱਖ ਦੇਣਾ ਈਰਖਾ ਦੀ ਭੱਠੀ ਵਿੱਚ, ਬੜਾ ਤਰਸ ਵਾਲੀ ਗੱਲ ਹੈ। ਇਹਦੇ ਨਾਲੋਂ ਤੇ ਥੱਕਦੇ ਨਾ ਠੀਕ ਸੀ, ਆਰਾਮ ਕਰ ਲੈਂਦੇ, ਨੀਂਦ ਤਾਂ ਪੂਰੀ ਹੁੰਦੀ, ਕਿਤੇ ਆਰਾਮ ਨਾਲ ਵੇਖ ਤਾਂ ਲੈਂਦੇ ਸੰਸਾਰ ਨੂੰ। ਤਿਆਗ ਵੀ ਕਰ ਦਿੱਤਾ, ਤਿਆਗ ਕਰਕੇ ਧਰਮ ਕਮਾਇਆ, ਧਰਮ ਇਕੱਠਾ ਕੀਤਾ, ਇਕੱਠਾ ਕਰਕੇ ਸਾਰਾ ਈਰਖਾ ਦੀ ਭੱਠੀ ਵਿੱਚ ਰੱਖ ਦਿੱਤਾ ਵੀ ਲਓ ਸੁਆਹ ਬਣ ਜਾਏ। ਇਹਨੂੰ ਕਹਿੰਦੇ ਤਾਤ ਪਰਾਈ। ਕਬੀਰ ਜੀ ਨੇ ਇੱਕ ਸ਼ਬਦ ਕਿਹਾ, ਮੈਂ ਸਾਂਝਾ ਕਰ ਦਿਆਂ। ਉਹ ਕਹਿੰਦੇ ਕਿਹੜੇ ਲੋਕਾਂ ਦੀ ਦਸ਼ਾ ਹੈ, ਕਹਿੰਦੇ ਹਰ ਜਸ ਸੁਣੈ ਨਾ ਹਰ ਗੁਣ ਗਾਵੈ, ਬਾਤਨ ਹੀ ਅਸਮਾਨ ਗਿਰਾਵੈ, ਐਸੇ ਲੋਗਨ ਸਿਉ ਕਿਆ ਕਹੀਐ, ਜੋ ਪ੍ਰਭ ਕੀਏ ਭਗਤ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ, ਆਪ ਨਾ ਦੇਹ ਚੁਰੂ ਭਰ ਪਾਣੀ। ਕਿਸੇ ਨੂੰ ਇੱਕ ਚੁਲੀ ਪਾਣੀ ਦੀ ਨਹੀਂ ਦੇ ਸਕਦੇ, ਕਿਉਂਕਿ ਦੇਗਾ ਉਹ ਜਿਹਦੇ ਕੋਲ ਹੈ। ਪਾਣੀ ਤਾਂ ਉਹ ਹੀ ਪਿਆ ਸਕਦਾ ਨਾ ਜਿਹਦੇ ਹੱਥ ਵਿੱਚ, ਜਿਹਨੇ ਭਾਂਡਾ ਫੜਿਆ ਉਸ ਭਾਂਡੇ ਵਿੱਚ ਪਾਣੀ ਹੈ। ਜੋ ਕੁਝ ਸਾਡੇ ਕੋਲ ਹੈ, ਸੱਚ ਤਾਂ ਇਹ ਹੈ ਵੀ ਜੋ ਕੁਝ ਬੰਦੇ ਦੇ ਕੋਲ ਉਹਨੂੰ ਦੇਣਾ ਪੈਂਦਾ ਨਹੀਂ, ਆਪੇ ਦਿੱਤਾ ਜਾਂਦਾ ਹੈ। ਇਸ ਕਰਕੇ
ਸਵਾਲ ਦਾਨ ਕਰਨ ਦਾ ਨਹੀਂ, ਸਵਾਲ ਇਹ ਹੈ ਵੀ ਆਪਣੇ ਕੋਲ ਕੀ ਹੈ। ਦਾਨ ਦੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਐਵੇਂ ਨਹੀਂ ਚਿੰਤਾ ਕਰਨੀ ਚਾਹੀਦੀ ਵੀ ਰਾਮ ਜੋ ਦਾਤਾ ਮੁਕਤ ਕਾ ਸੰਤ ਜਪਾਵੇ ਨਾਮ, ਵੀ ਜਪਾਈਏ ਕਿਸੇ ਨੂੰ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਦਾਨ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਵੀ ਅਸੀਂ ਜਪਾਵਾਂਗੇ, ਅਸੀਂ ਕਰਾਂਗੇ, ਉਹਦੀ ਕੋਈ ਲੋੜ ਨਹੀਂ ਹੈ। ਕਿਉਂਕਿ ਜੋ ਕੁਝ ਸਾਡੇ ਕੋਲ ਹੋਏਗਾ ਉਹ ਆਪਣੇ ਆਪ ਵੰਡਿਆ ਜਾਣਾ ਹੈ, ਉਹਨੂੰ ਵੰਡਣਾ ਨਹੀਂ ਪੈਂਦਾ। ਜਿੱਥੋਂ ਆਦਮੀ ਲੰਘਦਾ ਉਹਦੇ ਚੌਹਾਂ ਪਾਸਿਓਂ ਬਿਰਤੀ ਖਿਲਰਦੀ ਜਾਂਦੀ ਜਿਹੜੀ ਉਹਦੇ ਅੰਦਰ ਹੁੰਦੀ ਹੈ, ਉਹਨੂੰ ਕੋਈ ਵੰਡਣਾ ਨਹੀਂ ਪੈਂਦਾ। ਆ ਤੁਸੀਂ ਵੇਖਦੇ ਹੋ ਸਾਡੇ ਵਿੱਚ ਕ੍ਰੋਧ ਹੁੰਦਾ ਹੈ, ਤੇ ਕ੍ਰੋਧ ਵਾਸਤੇ ਸਾਧਨਾ ਥੋੜੀ ਕਰਾਉਣੀ ਪੈਂਦੀ ਵੀ ਕਿਸੇ ਨੂੰ ਅਸੀਂ ਕ੍ਰੋਧ ਵੰਡਣਾ, ਵੰਡਣ ਦੀ ਲੋੜ ਹੀ ਨਹੀਂ, ਆਪਣੇ ਆਪ ਹੀ ਨਿਕਲ ਜਾਂਦਾ ਮੂੰਹ ਵਿੱਚੋਂ। ਲੋਭ ਅੰਦਰ ਹੋਵੇ ਤੇ ਆਪਣੇ ਆਪ ਵੰਡਿਆ ਜਾਂਦਾ ਹੈ, ਹੰਕਾਰ ਹੋਵੇ ਤੇ ਆਪਣੇ ਆਪ ਵੰਡਿਆ ਜਾਂਦਾ ਹੈ, ਵੰਡਣ ਦੀ ਲੋੜ ਨਹੀਂ ਪੈਂਦੀ। ਇਸ ਤਰ੍ਹਾਂ ਜਿਹਦੇ ਅੰਦਰ ਨਾਮ ਹੋਵੇ ਉਹਨੂੰ ਨਾਮ ਵੰਡਣਾ ਨਹੀਂ ਪੈਂਦਾ, ਆਪੇ ਹੀ ਵੰਡਿਆ ਜਾਂਦਾ ਹੈ। ਉਹ ਆਪਣੇ ਆਪ ਉਹਦਾ ਜਿਹੜਾ ਪ੍ਰਸਾਰਣ ਸੰਚਾਰ ਸਾਰਿਆਂ ਸਰੀਰਾਂ ਵਿੱਚ ਆਪੇ ਹੀ ਹੋਣ ਲੱਗ ਪੈਂਦਾ, ਕਰਨਾ ਨਹੀਂ ਪੈਂਦਾ। ਤਾਂ ਸਤਿਗੁਰੂ ਨੇ ਜਿਹੜੇ ਬਚਨ ਕੀਤੇ ਨੇ, ਆਪ ਨਾ ਦੇਹੇ ਚੁਰੂ ਭਰ ਪਾਣੀ। ਚੁਰੂ ਕਹਿੰਦੇ ਨੇ ਇੱਕ ਚੁਲੀ, ਕਿਸੇ ਨੂੰ ਇੱਕ ਪਾਣੀ ਦੀ ਚੁਲੀ ਨਹੀਂ ਪਿਆ ਸਕਦੇ। ਤੇਹ ਨਿੰਦਾ ਜਿਹੇ ਗੰਗਾ ਆਨੀ, ਜਿਨ੍ਹਾਂ ਨੇ ਗੰਗਾ ਵਹਾ ਦਿੱਤੀ ਹੈ, ਜਿਨ੍ਹਾਂ ਨੇ ਖੁੱਲਾ ਵਰਤਾ ਦਿੱਤਾ ਹੈ ਇਸ ਧਰਤੀ ਤੇ, ਉਸ ਸੰਸਾਰ ਦੀ ਗੰਗਾ ਨੂੰ ਲਿਆ ਦਿੱਤਾ ਹੈ ਸ਼ਬਦ ਦੀ ਨੂੰ, ਜਿਹੜੀ ਇਸ ਖਾਕ ਦੀ ਦੁਨੀਆ ਵਿੱਚ ਮਿਲਦੀ ਨਹੀਂ ਕਿਤੇ। ਇਹ ਤਾਂ ਮਾਤ ਲੋਕ ਹੈ, ਇਹਨੂੰ ਮਾਤਰ ਭੂਮੀ ਕਹਿੰਦੇ। ਮਾਤ ਦਾ ਮਤਲਬ ਹੁੰਦਾ ਮ੍ਰਿਤਿਉ ਖੰਡ, ਜਿੱਥੇ ਮੌਤ ਹੀ ਮੌਤ ਹੈ। ਇੱਥੇ ਮੌਤ ਹੈ ਬਹੁਤ ਸਾਰੀ, ਇੱਥੇ ਜਨਮ ਵੀ ਹੁੰਦਾ, ਮੌਤ ਦਾ ਇੱਕ ਹਿੱਸਾ ਹੈ। ਆਦਮੀ ਵੱਡਾ ਵੀ ਹੁੰਦਾ, ਮੌਤ ਦਾ ਹੀ ਇੱਕ ਹਿੱਸਾ। ਇਹਨੂੰ ਕਹਿੰਦੇ ਮਾਤਰ ਭੂਮੀ। ਮਾਤ ਭੂਮੀ ਦਾ ਮਤਲਬ ਇਹ ਨਹੀਂ ਹੁੰਦਾ ਮਾਤਾ ਦੀ ਭੂਮੀ, ਇਹਦਾ ਅਰਥ ਹੈ ਮੌਤ ਦੀ ਭੂਮੀ, ਮਿੱਟੀ, ਮ੍ਰਿਤਕਾ ਜਿਹੜੀ ਹੈ। ਤਾਂ ਇੱਥੇ ਉਹਨਾਂ ਨੇ ਉਸ ਪਰਲੋਕ ਦੀ ਗੰਗਾ ਨੂੰ ਲੈ ਕੇ ਆਂਦਾ। ਇਸ ਖਾਕ ਦੇ ਸਰੀਰ ਵਿੱਚ ਰਹਿੰਦਿਆਂ ਜਿਨ੍ਹਾਂ ਨੇ ਉਸ ਨੂਰ ਭਰਪੂਰ ਦੁਨੀਆ ਦਾ ਚਾਨਣ ਇੱਥੇ ਲੈ ਆਂਦਾ, ਉਹਨਾਂ ਦੀ ਨਿੰਦਿਆ ਹੈ। ਤੇ ਨਿੰਦਾ ਜੇ ਗੰਗਾ ਆਨੀ, ਹੋਰ ਵੀ ਬਚਨ ਕੀਤੇ, ਬੈਠਤ ਊਠਤ ਕੁਟਲਤਾ ਚਾਲੈ। ਇਹਨੂੰ ਕਹਿੰਦੇ ਕੁਟਲ ਨੀਤੀ। ਤੁਸੀਂ ਪੜ੍ਹਿਆ ਹੋਵੇਗਾ ਸ਼ਬਦ। ਕੁਟਲ ਇੱਕ ਚਾਲ ਹੈ, ਜਦੋਂ ਸੱਪ ਤੁਰਦਾ ਹੈ ਤੇ ਸੱਪ ਦੀ ਜਿਹੜੀ ਚਾਲ ਹੈ ਉਹ ਕੁਟਲ ਚਾਲ ਹੈ, ਟੇਢਾ ਇਸ ਤਰ੍ਹਾਂ ਵਲ ਪਾ ਕੇ। ਉਹਦੀ ਇੱਕ ਮਜਬੂਰੀ ਹੈ ਸੱਪ ਦੀ ਕਿ ਉਹ ਸਿੱਧਾ ਤੁਰੇ ਤਾਂ ਤੁਰਿਆ ਨਹੀਂ ਜਾਂਦਾ ਉਹਦੇ ਤੋਂ। ਸੱਪ ਜਦੋਂ ਤੁਰੇਗਾ ਸਿੱਧਾ ਨਹੀਂ ਤੁਰ ਸਕਦਾ, ਵਲ ਪਾ ਕੇ। ਉਹਨੂੰ ਕੁਟਲ ਨੀਤੀ ਅਪਣਾਉਣੀ ਪਏਗੀ, ਵਲ ਪਾਏਗਾ ਤਾਂ ਤੁਰੇਗਾ। ਤਾਂ ਜਿਹੜਾ ਮਨਮੁਖ ਹੈ, ਜਿਹੜਾ ਗੁਰਮੁਖ ਦੇ ਨਾਲ ਅੜਦਾ, ਉਹਦੀ ਬਿਰਤੀ ਸੱਪ ਵਾਲੀ, ਉਹਦੇ ਵੱਸ ਦੀ ਗੱਲ ਨਹੀਂ। ਉਹਨੇ ਕੰਮ ਹੀ ਪੁੱਠੇ ਕਰਨੇ ਨੇ, ਉਹਨੇ ਵਾਲੀ ਪਾਉਣੇ ਨੇ ਜ਼ਿੰਦਗੀ ਵਿੱਚ, ਸਿੱਧਾ ਤੁਰ ਹੀ ਨਹੀਂ ਸਕਦਾ। ਊਠਤ ਬੈਠਤ ਕੁਟਲਤਾ ਚਾਲੈ। ਜਿੰਨਾ ਚਿਰ ਉਹਦੀ ਸਰਪ ਬਿਰਤੀ ਨਹੀਂ ਨਾ ਜਾਂਦੀ, ਸਰਪ ਬਿਰਤੀ ਦਾ ਮਤਲਬ ਕ੍ਰੋਧ ਦੀ ਜ਼ਹਿਰ ਨਹੀਂ ਮੁੱਕਦੀ ਅੰਦਰੋਂ, ਜਿੰਨਾ ਚਿਰ ਅੰਦਰ ਚੇਂਜ ਨਹੀਂ ਹੁੰਦਾ, ਉਹਦੀ ਸੱਪ ਦੀ ਚਾਲ ਨਹੀਂ ਬਦਲਦੀ। ਕੁਟਲ ਨੀਤੀ, ਟੇਢੇ ਚੱਲਣਾ, ਵਲ ਪਾ ਕੇ ਤੁਰਨਾ ਸੁਭਾਅ ਬਣ ਜਾਂਦਾ ਹੈ, ਹਰ ਇੱਕ ਚੀਜ਼ ਵਿੱਚ ਵਲ ਪਾਉਣਾ। ਤੇ ਅੱਜ ਤੇ ਹਰ ਇੱਕ ਥਾਂ ਤੇ ਪਰਮਾਤਮਾ ਵੀ ਬੜਾ ਇਸ ਗੱਲ ਤੋਂ ਇਉਂ ਕਹਿ ਲਈਏ ਕਿ ਮਾਯੂਸ ਹੋਵੇਗਾ ਵੀ ਭਗਤ ਬੜੇ ਨੇ ਪਰ ਕੁਟਲ ਨੀਤੀ ਬਹੁਤ ਜ਼ਿਆਦਾ ਹੈ। ਭਗਤਾਂ ਦੀ ਕਮੀ ਨਹੀਂ, ਜਪਣ ਵਾਲਿਆਂ ਦੀ ਕਮੀ ਨਹੀਂ, ਪੜ੍ਹਨ ਵਾਲਿਆਂ ਦੀ ਕਮੀ ਨਹੀਂ, ਗਾਉਣ ਵਾਲਿਆਂ ਦੀ ਕਮੀ ਨਹੀਂ, ਕਥਾ ਕਰਨ ਵਾਲਿਆਂ ਦੀ ਕਮੀ ਨਹੀਂ, ਲਿਖਣ ਵਾਲਿਆਂ ਦੀ ਕਮੀ ਨਹੀਂ। ਧਰਮ ਨੂੰ ਬੜੇ ਸੋਹਣੇ ਲੱਗਦੇ ਨੇ, ਖੁਸ਼ ਬਹੁਤ ਹੁੰਦਾ ਵੀ ਕੋਈ ਆਇਆ ਹੈ, ਕੋਈ ਮਿਲਿਆ, ਮੇਰੀ ਗੱਲ ਚੱਲੇਗੀ ਸੰਸਾਰ ਵਿੱਚ। ਪਰ ਜਦੋਂ ਵਰਤਦਾ ਹੈ ਨਾ, ਕਹਿੰਦੇ ਨੇ ਰਾਹ ਪਿਆ ਤੇ ਵਾਹ ਪਿਆ ਹੀ ਪਤਾ ਲੱਗਦਾ ਵੀ ਇਹ ਕੀ ਹੈ। ਕੱਪੜੇ ਤਾਂ ਬੜੇ ਸੋਹਣੇ ਨੇ, ਗੱਲਾਂ ਬਹੁਤ ਸੋਹਣੀਆਂ ਨੇ, ਤਾਂ ਉਹ ਜਦੋਂ ਨੇੜਿਓਂ ਵੇਖਦਾ ਹੈ
ਤੇ ਇੱਕ ਚੀਜ਼ ਅੱਜ ਹਰ ਇੱਕ ਮਨੁੱਖ ਦੇ ਅੰਦਰ ਬਹੁਤੀ ਪਰਸੈਂਟੇਜ ਵਿੱਚ ਵੱਧ ਗਈ ਹੈ ਕਿ ਵਲ ਪਾ ਕੇ ਕੰਮ ਕਰਨਾ। ਹਰ ਇੱਕ ਚੀਜ਼ ਨੂੰ ਰਿਵਾਜ ਬਣ ਗਿਆ, ਸਿੱਧੀ ਗੱਲ ਨਹੀਂ ਕਰਨੀ, ਸੱਚ ਵੀ ਬੋਲਣਾ ਤੇ ਥੋੜੀ ਜਿਹੀ ਹੇਰਾਫੇਰੀ ਨਾਲ। ਔਰ ਇਹ ਜਿਹੜੀ ਚੀਜ਼ ਹੈ ਬੰਦੇ ਨੂੰ ਧਰਮ ਦੀ ਦੁਨੀਆ ਵਿੱਚ ਕਾਮਯਾਬ ਨਹੀਂ ਹੋਣ ਦਿੰਦੀ। ਜੋ ਮਰਜ਼ੀ ਕਰੀ ਜਾਓ, ਜਿੰਨਾ ਮਰਜ਼ੀ ਲੰਬਾ ਕਰ ਲਓ, ਜੋ ਮਰਜ਼ੀ ਕਮਾ ਲਓ, ਜਿੰਨਾ ਚਿਰ ਬੰਦੇ ਦੀ ਕੁਟਲ ਨੀਤੀ ਖਤਮ ਨਹੀਂ ਹੁੰਦੀ ਇੱਥੇ ਲੇਖੇ ਵਿੱਚ ਨਹੀਂ ਪੈਣੀ। ਜਿੱਦਣ ਉਹ ਖਤਮ ਹੋ ਗਈ ਬਹੁਤੇ ਲੰਮੇ ਸਮੇਂ ਦੀ ਜ਼ਰੂਰਤ ਨਹੀਂ ਰਹੇਗੀ। ਆ ਜਿਹੜਾ ਸ਼ਬਦ ਆਉਂਦਾ ਸੁਖਮਣੀ ਸਾਹਿਬ ਦੇ ਵਿੱਚ ਸ਼ਲੋਕ, ਉਹਦੇ ਵਿੱਚ ਇੱਕ ਬਚਨ ਹੈ ਕਿ ਡੰਡੌਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੰਡੌਤ ਬੰਦਨ ਇੱਕ ਮੱਥਾ ਟੇਕਣ ਦਾ ਤਰੀਕਾ ਹੈ, ਪੂਜਾ ਕਰਨ ਦਾ ਇੱਕ ਇਹ ਵੀ ਢੰਗ ਹੈ ਡੰਡੌਤ ਕਰਨੀ। ਅੱਜ ਵੀ ਕਿਤੇ ਕਿਤੇ ਤੁਸੀਂ ਵੇਖੋਗੇ ਪ੍ਰੇਮੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਡੰਡੌਤ ਬੰਦਨ ਕਰਦੇ ਨੇ। ਡੰਡੌਤ ਦਾ ਮਤਲਬ ਸਰੀਰ ਨੂੰ ਡੰਡੇ ਵਾਂਗ ਸਿੱਧਾ ਕਰਕੇ ਮੱਥਾ ਟੇਕਣਾ, ਲੰਮੇ ਪੈ ਜਾਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ, ਉਹਨੂੰ ਕਹਿੰਦੇ ਡੰਡੌਤ ਬੰਦਨ। ਡੰਡੌਤ ਬੰਦਨ ਕੀ ਹੈ? ਇਹ ਤੇ ਸਰੀਰ ਦੀ ਬੰਦਨਾ ਹੈ, ਵੀ ਚੰਗੀ ਚੀਜ਼ ਹੈ, ਜੇ ਕੋਈ ਕਰਨੀ ਚਾਹੇ ਕਰ ਸਕਦਾ ਹੈ। ਡੰਡੌਤ ਡਾਂਗ ਵਰਗੀ ਜਿਹੜਾ ਜੀਵਨ ਹੈ ਬਿਲਕੁਲ ਸਿੱਧਾ, ਯਾਨੀ ਕਿ ਸੁਰਤ ਇੰਨੀ ਸਿੱਧੀ ਹੋ ਜਾਏ, ਮਨ ਇੰਨਾ ਸਰਲ ਹੋ ਜਾਏ ਜਿਵੇਂ ਡਾਂਗ ਵਰਗਾ ਸਿੱਧਾ ਹੋ ਜਾਏ, ਉਹਦੇ ਵਿੱਚ ਵਲ ਕੋਈ ਨਾ ਰਵੇ, ਵਲ ਨਹੀਂ ਰਹਿਣਾ ਚਾਹੀਦਾ। ਇੱਕ ਮਹਾਰਿਸ਼ੀ ਹੋਇਆ ਹੈ, ਉਹਦੇ ਸਰੀਰ ਵਿੱਚ 8 ਵਲ ਸਨ ਔਰ ਬੜਾ ਗਿਆਨਵਾਨ। ਅਸ਼ਟਾਵਕਰ ਉਹਨੂੰ ਤਾਂ ਕਹਿੰਦੇ ਸਨ, ਅਸ਼ਟਾ ਦਾ ਮਤਲਬ ਹੈ 8, ਵਕਰ ਦਾ ਅਰਥ ਹੈ ਵਲ। ਉਹਦੇ ਸਰੀਰ ਦੇ ਵਿੱਚ 8 ਵਲ ਸਨ, ਇਧਰੋਂ ਲੱਤ ਇਧਰ ਨੂੰ, ਉੱਪਰੋਂ ਇਧਰ ਨੂੰ, ਲੱਕ ਇਧਰ ਨੂੰ, ਮੂੰਹ ਇਧਰ ਹੈ, ਹੱਥ ਇਧਰ ਨੇ, ਇਸ ਤਰ੍ਹਾਂ ਦੇ 8 ਵਲ ਉਹਨੂੰ ਸਨ, ਤਾਂ ਕਹਿੰਦੇ ਅਸ਼ਟਾਵਕਰ। ਤਾਂ ਜਦੋਂ ਜਨਕ ਨੂੰ ਬੁਲਾਇਆ, ਉਸ ਨੂੰ ਰਹਿੰਦਾ ਤੇ ਉੱਥੇ ਹੀ ਸੀ ਅਸ਼ਟਾਵਕਰ, ਜਨਕ ਦੇ ਕੋਲ ਰਹਿੰਦਾ ਰਿਹਾ। ਜਨਕ ਕਈ ਸਾਲ ਖੋਜਦਾ ਰਿਹਾ ਕਿਸੇ ਸੰਤ ਨੂੰ, ਕਿਸੇ ਬ੍ਰਹਮ ਗਿਆਨੀ ਨੂੰ, ਤਾਂ ਕਿ ਮੈਨੂੰ ਕੋਈ ਗਿਆਨ ਦੇ ਸਕੇ। ਤੇ ਉੱਥੇ ਜਨਕ ਦੇ ਨੇੜੇ ਹੀ ਰਹਿੰਦਾ ਸੀ ਕਿਤੇ ਅਸ਼ਟਾਵਕਰ, ਕਿਸੇ ਘਰ ਵਿੱਚ ਨਹੀਂ ਪਹਿਚਾਣ ਸਕਿਆ। ਅਸ਼ਟਾਵਕਰ ਨੂੰ ਬਹੁਤੀ ਛੇਤੀ ਪਹਿਚਾਣਦਾ ਹੀ ਨਹੀਂ ਕੋਈ, ਉਹ ਕੋਲ ਹੀ ਰਹਿ ਕੇ ਤੁਰ ਜਾਂਦਾ, ਸਾਰੀ ਉਮਰ ਕੋਲ ਰਹਿੰਦਾ। ਖਾਸ ਕਰਕੇ ਨੇੜੇ ਦੇ ਬੰਦੇ ਨਹੀਂ ਪਹਿਚਾਣਦੇ, ਉਹ ਤਾਂ ਸਗੋਂ ਉਲਟੇ ਹੋ ਜਾਂਦੇ, ਉਹ ਤਾਂ ਘਬਰਾ ਜਾਂਦੇ ਨੇ ਅਸ਼ਟਾਵਕਰ ਕੋਲੋਂ, ਡਰ ਜਾਂਦੇ ਨੇ ਵੀ ਇਹ ਜਿਹੜਾ ਆਦਮੀ ਹੈ ਕੋਈ ਸਧਾਰਨ ਨਹੀਂ, ਇਹ ਸਾਡੀ ਜਿਹੜੀ ਸਥਿਤੀ ਹੈ ਉਹਨੂੰ ਹਿਲਾ ਸਕਦਾ ਹੈ। ਤਾਂ ਉੱਥੇ ਹੀ ਰਹਿੰਦਾ ਸੀ, ਪਰ ਕਦੀ ਖਿਆਲ ਹੀ ਨਹੀਂ ਸੀ ਆਇਆ ਜਨਕ ਨੂੰ ਵੀ ਇਹ ਵੀ ਇਹਦੇ ਕੋਲ ਵੀ ਗਿਆਨ ਹੋਵੇਗਾ, ਕਿਉਂਕਿ ਵੇਂਦਾ ਸੀ ਕਿਵੇਂ ਦਾ ਹੈ, ਵੇਖਦਾ ਸੀ ਵੀ ਸਰੀਰ ਕਿਵੇਂ ਦਾ ਹੈ, ਜਿਵੇਂ ਆਪਾਂ ਵੇਖਦੇ ਹਾਂ ਕਿਵੇਂ ਦਾ ਹੈ। ਤਾਂ ਜਦੋਂ ਬੁਲਾਇਆ ਤੇ ਜਿਹੜੇ ਕੋਲ ਪਹਿਲਾਂ ਆਦਮੀ ਸਨ, ਬੜੇ ਸਿੱਧੇ, ਬੜੇ ਸੋਹਣੇ, ਬੈਠੇ ਹੋਏ, ਚਮਕ ਦਮਕ ਪੂਰੀ, ਐਨ ਸਜੇ ਹੋਏ, ਤਾਂ ਉਹਨਾਂ ਨੇ ਕਿਹਾ ਵੀ ਅਸ਼ਟਾਵਕਰ ਆਇਆ। ਹੱਸੇ ਥੋੜਾ ਜਿਹਾ, ਸਰੀਰ ਨੂੰ ਵਲ ਪਏ ਸਨ। ਤਾਂ ਜਦੋਂ ਗਿਆਨ ਬਖਸ਼ਿਆ ਤਾਂ ਜਨਕ ਨੇ ਪੁੱਛਿਆ ਕਿ ਤੁਹਾਡੇ ਸਰੀਰ ਵਿੱਚ 8 ਵਲ ਨੇ, ਤੇ ਉਹਨਾਂ ਨੇ ਜਵਾਬ ਦਿੱਤਾ, ਕਹਿਣ ਲੱਗਾ ਸੁਰਤ ਦੇ ਵਲ ਕੱਢਦਿਆਂ ਸਰੀਰ ਨੂੰ ਵਲ ਪੈ ਗਏ ਨੇ, ਸੁਰਤ ਨੂੰ ਸਿੱਧੀ ਕਰਦਾ ਰਿਹਾ, ਅੰਦਰ ਬੜੇ ਵਲ ਨੇ। ਆ ਜਿਹੜੇ ਤੂੰ ਲਿਆ ਕੇ ਬਿਠਾਏ ਨੇ ਨਾ, ਪੰਕਤੀਆਂ ਲਵਾ ਕੇ ਲੰਮੇ ਲੰਮੇ, ਬਹੁਤ ਚਮਕਦੇ ਨੇ ਪਏ, ਸਰੀਰ ਇਹਨਾਂ ਦੇ ਸਿੱਧੇ ਨੇ, ਇਹਨਾਂ ਨੂੰ ਸਲਾਹ ਦਿਓ ਸੱਜਣੋ, ਸੁਰਤ ਸਿੱਧੀ ਕਰ ਲਓ, ਸੁਰਤ ਨੂੰ ਡੰਡੇ ਵਾਂਗੂ ਸਰਲ ਕਰ ਲਓ। ਅੰਦਰ ਵਲ ਪਏ ਹੋਏ ਨੇ, ਧੋਖੇਬਾਜ਼, ਫਰੇਬ। ਜਦੋਂ ਮੂੰਹ ਤੇ ਆਏ ਜੀ ਤੁਸੀਂ ਬਹੁਤ ਚੰਗੇ ਹੋ, ਬਹੁਤ ਵਧੀਆ, ਸਵੇਰੇ ਹੱਸਣ ਲੱਗ ਪਏ, ਸ਼ਾਮ ਨੂੰ ਰੋਣ ਲੱਗ ਪਏ, ਇੰਨੀ ਬਦਲਦੀ ਕੋਈ ਬਿਰਤੀ। ਤਾਂ ਇਹ ਕੋਈ ਧਾਰਮਿਕ ਬੰਦੇ ਦੀਆਂ ਨਿਸ਼ਾਨੀਆਂ ਨਹੀਂ ਹਨ ਵਲਾਂ ਵਿੱਚ ਜਿਉਣਾ। ਇੱਥੇ ਕਾਮਯਾਬ ਹੀ ਉਹ ਹੈ, ਜਿੰਨਾ ਆਦਮੀ ਸਰਲ ਹੋਵੇਗਾ ਉਨੀ ਸਾਧਨਾ ਘੱਟ ਕਰਨੀ ਪਏਗੀ।
ਸਾਧਨਾ ਕਰਨੀ ਹੋਈ ਤਾਂ ਐ ਸਰਲ ਹੋ ਜਾਏ। ਸਾਧਨਾ ਨਾਲ ਕੋਈ ਰੱਬ ਨਹੀਂ ਮਿਲਦਾ। ਸਾਧਨਾ ਤਾਂ ਕਰੀਦੀ ਇਹ ਬੰਦਾ ਸਰਲ ਹੋ ਜਾਏ, ਸਿੱਧਾ ਹੋ ਜਾਏ। ਕਹੋ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇ ਰਘੁਰਾਇਆ। ਪੁੱਛਿਆ ਸੀ ਕਿਵੇਂ ਮਿਲਦਾ, ਜੁਗਤੀ ਦੱਸੋ। ਬੜੀਆਂ ਜੁਗਤੀਆਂ ਚੱਲਦੀਆਂ ਨੇ, ਅੱਜ ਵੀ ਚੱਲਦੀਆਂ ਨੇ, ਉਦੋਂ ਵੀ ਸਨ। ਜੁਗਤੀ ਦੱਸੋ ਕਿੱਧਰ ਦੇ ਬੈਠੀਏ। ਤਾਂ 84 ਆਸਨ ਬਣੇ, 84 ਕਿ ਕਿਵੇਂ ਬੈਠਣਾ। ਸਿਰ ਨੂੰ ਜ਼ਮੀਨ ਨਾਲ ਲਾ ਕੇ ਪੈਰ ਉੱਪਰ ਕਰਨੇ ਨੇ, ਅੱਗ ਦੇ ਕੋਲ ਬਹਿਣਾ, ਹੱਥ ਇੱਧਰ ਦੇ ਰੱਖਣੇ, ਅੰਗੂਠੇ ਨਾਲ ਇਹ ਮੇਲ ਕੇ ਰੱਖਣੇ। ਇਹ ਸਾਰੇ ਆਸਨ ਨੇ। ਕਬੀਰ ਸਾਹਿਬ ਨੂੰ ਕਿਸੇ ਪੁੱਛਿਆ ਕਿਹੜਾ ਆਸਨ ਕਰਦੇ ਹੁੰਦੇ ਹੋ, ਜੁਗਤੀ ਕਿਹੜੀ ਹੈ, ਤਰੀਕਾ ਕਿਹੜਾ ਹੈ। ਉਹਨਾਂ ਨੇ ਕਿਹਾ ਕੋਈ ਜੁਗਤੀ ਨਹੀਂ, ਬਸ ਇੱਕੋ ਹੀ ਹੈ, ਭੋਲੇ ਭਾਏ ਮਿਲੇ ਰਘੁਰਾਇਆ। ਇਸ ਐਕਸਰਸਾਈਜ਼ ਨਾਲ ਰੱਬ ਨਹੀਂ ਵਸ ਵਿੱਚ ਆਉਂਦਾ, ਸਰੀਰ ਸਾਧਿਆ ਜਾ ਸਕਦਾ ਹੈ। ਇਹਦੇ ਨਾਲ ਪ੍ਰਮਾਤਮਾ ਦਾ ਕੋਈ ਬਹੁਤਾ ਨੇੜਲਾ ਸੰਬੰਧ ਨਹੀਂ ਹੈ। ਜਿੰਨਾ ਆਦਮੀ ਸਰਲ ਹੋਵੇਗਾ ਓਨਾ ਧਾਰਮਿਕ ਜ਼ਿਆਦਾ ਹੋਵੇਗਾ। ਜਿੰਨਾ ਵਲ ਵਿੰਗ ਧੋਖੇਬਾਜ਼ ਫਰੇਬੀ ਹੈ, ਝੂਠਾ ਹੈ, ਮੂੰਹ ਤੇ ਮਿੱਠਾ ਹੈ, ਪਿੱਛੇ ਨੁਕਸਾਨ ਕਰਨ ਵਾਲਾ ਹੈ, ਉਤਨਾ ਉਹ ਜਿੰਨਾ ਮਰਜੀ ਜਪੀ ਤਪੀ ਉਹਨੂੰ ਧਾਰਮਿਕ ਨਾ ਸਮਝਣਾ, ਬਿਲਕੁਲ ਧੋਖਾ ਦੇ ਰਿਹਾ ਸੰਸਾਰ ਨੂੰ। ਇਸ ਕਰਕੇ ਇਹ ਵਿਸ਼ਾ ਸੀ ਸਰਲ ਦੁਨੀਆ ਦਾ, ਰੁੱਖ ਵਰਗਾ ਜੀਵਨ। ਇਸ ਕਰਕੇ ਭਾਈ ਵੀਰ ਸਿੰਘ ਜੀ ਨੇ ਇੱਕ ਬਚਨ ਕਿਹਾ ਹੈ, ਸੰਤ ਤੇ ਰੁੱਖ ਇੱਕੋ ਚੀਜ਼ ਹੈ, ਪਰ ਰੁੱਖਾਂ ਨੂੰ ਵੀ ਵੱਢਿਆ ਜਾਂਦਾ ਹੈ, ਸੰਤ ਨੂੰ ਵੀ ਵੱਢਿਆ ਜਾਂਦਾ ਹੈ। ਦੋਵਾਂ ਨੂੰ ਸੰਸਾਰ ਨੇ ਵੱਢਿਆ ਹੈ, ਦੋਵਾਂ ਤੋਂ ਲਾਭ ਵੀ ਲਿਆ ਹੈ, ਰੁੱਖ ਤੋਂ ਵੀ ਸੰਤ ਤੋਂ ਵੀ। ਫਲ ਵੀ ਖਾਧੇ ਨੇ, ਛਾਂ ਵੀ ਲਈ ਹੈ ਤੇ ਕੱਟਿਆ ਵੀ ਹੈ। ਤਾਂ ਉਹਨਾਂ ਨੇ ਇੱਕ ਥਾਂ ਤੇ ਤਾਂ ਕਵਿਤਾ ਹੀ ਲਿਖ ਦਿੱਤੀ, ਐ ਧਰਤੀ ਦੇ ਤੰਗ ਦਿਲ ਲੋਕੋ ਕਿਉਂ ਅਸਾਂ ਨਾਲ ਲੜਦੇ। ਇਹ ਉਸ ਸੰਤ ਬਾਰੇ ਕਿਹਾ ਗਿਆ ਹੈ ਜਿਹਦੀ ਬਿਰਤੀ ਸਰਲ ਹੋ ਗਈ ਬਿਲਕੁਲ। ਐ ਧਰਤੀ ਦੇ ਤੰਗ ਦਿਲ ਲੋਕੋ ਕਿਉਂ ਅਸਾਂ ਨਾਲ ਲੜਦੇ, ਚੌੜੇ ਦਾਉ ਅਸਾਂ ਨਹੀਂ ਵਧਣਾ। ਚੌੜੇ ਦਾਉ ਦਾ ਮਤਲਬ ਹੈ ਕਿ ਅਸੀਂ ਥਾਂ ਨਹੀਂ ਮੱਲਣੀ, ਸਾਡੀ ਤੇ ਜੜ ਇੱਕੋ ਗਿੱਠ ਵਿੱਚ ਲੱਗੀ ਹੋਈ ਹੈ। ਉਹਨਾਂ ਨੇ ਇਹ ਕਵਿਤਾ ਤਾਂ ਲਿਖੀ ਵੀ ਇੱਕ ਜ਼ਿਮੀਂਦਾਰ ਕੁਹਾੜਾ ਲੈ ਕੇ ਵੱਟ ਤੇ ਖੜੇ ਹੋਏ ਰੁੱਖ ਨੂੰ ਵੱਢਣ ਵਾਸਤੇ ਆਉਂਦਾ ਹੈ, ਤੇ ਉਹ ਰੁੱਖ ਅੱਗੋਂ ਉਹਨੂੰ ਇਹ ਗੱਲਾਂ ਕਹਿ ਰਿਹਾ ਹੈ, ਐ ਧਰਤੀ ਦੇ ਤੰਗ ਦਿਲ ਲੋਕੋ ਕਿਉਂ ਅਸਾਂ ਨਾਲ ਲੜਦੇ, ਚੌੜੇ ਦਾਉ ਅਸਾਂ ਨਹੀਂ ਵਧਣਾ, ਉੱਚੇ ਜਾਣਾ ਚੜ੍ਹਦੇ। ਅਸੀਂ ਥਾਂ ਨਹੀਂ ਮੱਲਣੀ ਇੱਥੇ, ਕਿਉਂਕਿ ਇਹ ਥਾਂ ਹੈ ਹੀ ਨਹੀਂ, ਇਹਨੂੰ ਮੱਲਣਾ ਹੀ ਕੀ ਹੈ। ਇਹ ਤੇ ਮੁਰਦਿਆਂ ਦੀ ਖਾਕ ਹੈ ਜਿਹਨੂੰ ਤੁਸੀਂ ਥਾਂ ਕਹਿੰਦੇ ਹੋ। ਤੁਸੀਂ ਸੋਚ ਕੇ ਵੇਖਣਾ, ਜੇ ਇਸ ਵਿਗਿਆਨ ਨੂੰ ਉਭਾਰਿਆ ਜਾਏ, ਇਹਦਾ ਅਭਿਆਸ ਕੀਤਾ ਜਾਏ, ਤੇ ਜਿਸ ਧਰਤੀ ਨੂੰ ਆਦਮੀ ਕਬਜ਼ਾ ਕਰਕੇ ਬੈਠਾ, ਇਹਦੀ 4-4 ਫੁੱਟ ਜਿਹੜੀ ਪਰਤ ਤੇ ਬੰਦਿਆਂ ਦੇ ਸਰੀਰ ਦੀ ਸੁਆਹ ਹੈ। ਕਿੰਨੇ ਅਰਬ ਲੋਕ ਹੋਏ ਨੇ ਪਹਿਲਾਂ, ਕਿੰਨੇ ਖਰਬ ਸਰੀਰ ਹੋਏ ਨੇ ਇਸ ਧਰਤੀ ਤੇ, ਉਹ ਇੱਥੇ ਹੀ ਮਰੇ ਨੇ। ਉਹ ਇਸ ਧਰਤੀ ਤੇ ਖਾਕ ਪਈ ਹੋਈ ਉਹਨਾਂ ਦੇ ਸਰੀਰ ਦੀ, ਇੱਥੇ ਹੱਡੀਆਂ ਨੇ ਉਹਨਾਂ ਦੀਆਂ। ਤੇ ਆਹ ਜਿਹੜੀ ਬਹੁਤੀ ਉਪਜਾਊ ਜ਼ਮੀਨ ਹੈ ਨਾ, ਤੁਸੀਂ ਜਾਣਦੇ ਹੋ, ਜ਼ਿਮੀਂਦਾਰ ਜਾਣਦੇ ਨੇ, ਉਹ ਕਹਿੰਦੇ ਨੇ ਵੀ ਜ਼ਮੀਨ ਦੇ ਉੱਪਰ ਵਾਲੀ ਜਿਹੜੀ ਸਤਹ ਹੈ ਨਾ, ਉਹ ਬੜੀ ਉਪਜਾਊ ਹੁੰਦੀ, ਥੱਲੇ ਨਹੀਂ। ਥੱਲੇ ਕਿਉਂ ਨਹੀਂ? ਕਿਉਂਕਿ ਬੰਦੇ ਦੇ ਸਰੀਰਾਂ ਦੀ ਖਾਕ ਹੈ ਉੱਪਰ। ਧਰਤੀ ਤਾਂ ਉਪਜਾਊ ਹੈ, ਤਾਂ ਉਹਦੇ ਵਿੱਚੋਂ ਫਸਲ ਜ਼ਿਆਦਾ ਨਿਕਲਦੀ। ਸ਼ਮਸ਼ਾਨ ਘਾਟ ਵਿੱਚ ਵੇਖਣਾ ਤੁਸੀਂ ਕਿੰਨਾ ਹਰਾ ਘਾਹ ਸਾਵੇ ਰੰਗ ਦਾ ਹੁੰਦਾ ਹੈ, ਕਿਉਂਕਿ ਸਰੀਰ ਉੱਥੇ ਉਹਨਾਂ ਦੀ ਸੁਆਹ ਹੁੰਦੀ ਹੈ, ਹੱਡੀਆਂ ਦੇ ਤੱਤ ਹੁੰਦੇ ਨੇ। ਪਰ ਇੱਥੇ ਵੀ ਇਸ ਸ਼ਮਸ਼ਾਨ ਘਾਟ ਤੇ ਬੰਦਾ ਕਬਜ਼ਾ ਕਰੀ ਬੈਠਾ ਹੈ। ਚਲੋ ਕਿਸੇ ਚੰਗੀ ਚੀਜ਼ ਤੇ ਤਾਂ ਆਪਣਾ ਜਤਾਏ, ਤਾਂ ਸਾਰੀ ਭੂਮੀ ਸ਼ਮਸ਼ਾਨ ਘਾਟ ਹੀ ਹੈ। ਤਾਂ ਇਹ ਹੈ ਤਾਂ ਸੱਚ, ਬਹੁਤੀ ਵਿਆਖਿਆ ਨਹੀਂ ਇਹਦੀ ਕੀਤੀ ਜਾਂਦੀ। ਲੋਕ ਪਹਿਲਾਂ ਹੀ ਬੜੇ ਪਰੇਸ਼ਾਨ ਨੇ, ਹੋਰ ਡਰ ਜਾਣਗੇ। ਜਿਸ ਆਸਨ ਹਮ ਬੈਠੇ ਕੇਤੇ ਬੈਸ ਗਿਆ ਦੇ ਅਰਥ ਕੀ ਨੇ? ਬਾਬਾ ਫਰੀਦ ਸਾਹਿਬ ਜੀ, ਜਿਸ ਥਾਂ ਤੇ ਅਸੀਂ ਬੈਠੇ ਹੋਏ ਹਾਂ, ਇੱਥੇ ਹੋਰ ਕਈ ਬਹਿ ਗਏ ਨੇ, ਇੱਥੇ ਹੋਰ ਕਈ ਇਸ ਜ਼ਮੀਨ ਦੇ ਵਿੱਚ ਰੁਲੇ ਹੋਏ ਨੇ ਸਾਡੇ ਤੋਂ ਪਹਿਲਾਂ। ਜਿਵੇਂ ਪੁੱਛੈ ਅਸਮਾਨ ਫਰੀਦਾ ਖੇਵਟ ਕਿਨ ਗਏ। ਜ਼ਮੀਨ, ਅਸਮਾਨ ਜ਼ਮੀਨ ਨੂੰ ਪੁੱਛਦਾ ਹੈ, ਤੇਰੇ ਉੱਤੇ ਹਜ਼ਾਰਾਂ ਲੋਕ ਹੋਏ ਸਨ, ਕਿੱਧਰ ਚਲੇ ਗਏ?
ਜਾਲਨ ਗੋਰਾਂ ਨਾਲ ਕਹਿੰਦੇ ਕਬਰਾਂ 'ਚ ਪਏ ਹੋਏ ਨੇ। ਉਲਾਮੇ ਜੀ ਸਹੇ ਤਾਂ ਰੁੱਖ ਬਿਰਤੀ ਹੈ ਇੱਕ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਰੁੱਖ ਬਿਰਤੀ, ਪੰਛੀ ਬਿਰਤੀ ਔਰ ਬ੍ਰਹਮ ਬਿਰਤੀ, ਇਹਨਾਂ ਤਿੰਨਾਂ ਨੂੰ ਇੱਕੋ ਨਜ਼ਰ ਨਾਲ ਵੇਖਿਆ ਗਿਆ ਹੈ। ਰੁੱਖ ਬਿਰਤੀ ਜਿਹੜੀ ਸੰਤ ਦੀ, ਰੁੱਖ ਦੀ ਤੇ ਪੰਛੀ ਦੀ ਬਿਰਤੀ ਇੱਕੋ ਜਿਹੀ ਹੁੰਦੀ, ਤਾਂ ਹੀ ਆ ਬਿਹੰਗਮ ਸ਼ਬਦ ਤਾਂ ਵਰਤਿਆ ਗਿਆ ਸੀ, ਪੰਛੀ ਵਰਗਾ ਹੈ। ਕੱਲ ਦਾ ਪਤਾ ਹੀ ਨਹੀਂ ਕੀ ਹੋਵੇਗਾ, ਕੱਲ ਦੀ ਚਿੰਤਾ ਹੀ ਨਹੀਂ। ਪੰਛੀ ਨੂੰ ਕੱਲ ਦਾ ਕਾਹਦਾ ਫਿਕਰ ਹੈ, ਪਰ ਬਿਹੰਗ ਹੋਵੇ, ਪੰਛੀ ਹੋਵੇ ਤਾਂ ਉਹ ਇਸੇ ਆਰ ਪਾਰ ਵਿੱਚ ਲੱਗਾ ਰਹੇ ਵੀ ਕੱਲ ਨੂੰ ਕਿਤੇ ਇਹ ਨਾ ਹੋ ਜਾਏ, ਕੱਲ ਨੂੰ ਕਿਤੇ ਉਹ ਨਾ ਹੋ ਜਾਏ। ਇਸ ਕਰਕੇ ਕਹਿੰਦੇ ਨੇ ਕਿ ਉਸ ਰੁੱਖ ਨੇ ਇੱਕ ਆਵਾਜ਼ ਦਿੱਤੀ ਕਿ ਐ ਧਰਤੀ ਦੇ ਤੰਗ ਦਿਲ ਲੋਕੋ, ਦਿਲ ਤੰਗ ਹੈ, ਕਿਉਂ ਅਸਾਂ ਨਾਲ ਲੜਦੇ, ਚੌੜੇ ਦਾਉ ਅਸਾਂ ਨਹੀਂ ਵਧਣਾ, ਉੱਚੇ ਜਾਣਾ ਚੜ੍ਹਦੇ, ਗਿੱਠ ਥਾਂ ਧਰਤੀ ਤੇ ਮੱਲੀ, ਇੱਕੋ ਗਿੱਠ ਥਾਂ ਜਿੱਥੇ ਤਣਾ ਹੈ, ਜਿੱਥੇ ਜੜ ਹੈ, ਫਿਰ ਵੀ ਕਿਉਂ ਹੋ ਲੜਦੇ, ਕੀ ਕਾਰਨ ਕੀ ਹੈ ਇਸ ਚੀਜ਼ ਦਾ, ਕੁਝ ਮੱਲਿਆ ਵੀ ਨਹੀਂ ਹੈ। ਤਾਂ ਇਹ ਬਿਰਤੀ ਜਿਹੜੀ ਹੈ ਇਹਨੂੰ ਕਹਿੰਦੇ ਨੇ ਰੁੱਖ ਬਿਰਤੀ, ਰੁੱਖ ਵਾਲੀ ਬਿਰਤੀ। ਸੰਸਾਰ ਵਿੱਚ ਰਹਿਣਾ ਔਰ ਕਿਸੇ ਚੀਜ਼ ਤੇ ਮਾਲਕੀਅਤ ਨਾ ਜਤਾਉਣੀ, ਪਰ ਜਿੰਨਾ ਆਦਮੀ ਹੰਕਾਰੀ ਹੋਵੇਗਾ, ਈਰਖਾਵਸ ਹੋਵੇਗਾ, ਉਹਨਾਂ ਕਬਜ਼ੇ ਕਰਨ ਵਾਲਾ ਹੋਵੇਗਾ। ਡਰਿਆ ਰਹੇਗਾ, ਉਹਨਾਂ ਇਕੱਠਾ ਕਰੇਗਾ, ਚੰਬੜ ਜਾਏਗਾ ਚੀਜ਼ਾਂ ਨੂੰ, ਢੇਰ ਬਣਾ ਕੇ ਬੈਠਾ ਰਹੇਗਾ, ਡਰਿਆ ਰਹੇਗਾ ਕਿਤੇ ਖੁੱਸ ਨਾ ਜਾਏ ਕੁਝ। ਆਪ ਜੀ ਜਾਣਦੇ ਹੋ ਗੁਰੂ ਤੇਗ ਬਹਾਦਰ ਸਾਹਿਬ ਜੀ ਸੋਚਿਆ ਚਲੋ ਦਰਬਾਰ ਸਾਹਿਬ ਮੱਥਾ ਟੇਕ ਆਈਏ, ਹਰਮੰਦਰ ਸਾਹਿਬ, ਤਾਂ ਜਿੱਥੇ ਹੁਣ ਉਹਨਾਂ ਦਾ ਗੁਰਦੁਆਰਾ ਸਾਹਿਬ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ, ਤਾਂ ਜਦੋਂ ਆਏ ਹੋਏ ਸੁਣੇ ਉੱਥੇ ਪੁਜਾਰੀ ਸਨ, ਮਸੰਦ ਸਨ, ਰਹਿੰਦੇ ਸਨ। ਕਹਿੰਦੇ ਉਹਨਾਂ ਨੂੰ ਪਤਾ ਲੱਗਾ ਗੁਰੂ ਤੇਗ ਬਹਾਦਰ ਸਾਹਿਬ ਆਏ ਨੇ, ਜੰਦਾ ਲਾ ਦਿੱਤਾ, ਦਰਸ਼ਨੀ ਡਿਊਟੀ ਹਰਮੰਦਰ ਸਾਹਿਬ ਨੂੰ ਬੰਦ ਕਰ ਦਿੱਤਾ ਉਹਨੇ ਚਿਰ ਵਾਸਤੇ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਖਬਰ ਮਿਲੀ। ਡਰ ਕਿਸ ਚੀਜ਼ ਦਾ ਸੀ ਉਹਨਾਂ ਨੂੰ? ਡਰੇ ਹੋਏ ਸਨ। ਡਰ ਇਹ ਸੀ ਕਿ ਹੁਣ ਕੁਆਲਿਟੀ ਆ ਰਹੀ ਹੈ, ਇੱਥੇ ਹੁਣ ਉਹਨਾਂ ਨੇ ਆਉਣਾ ਹੈ, ਤਾਂ ਕਿਤੇ ਇੱਥੇ ਇਕੱਠ ਹੋ ਗਿਆ ਸ਼ਹਿਰ ਦੇ ਲੋਕ, ਤਾਂ ਉਹਨਾਂ ਨੇ ਕੁਝ ਸਾਡੇ ਬਾਰੇ ਦੱਸ ਦਿੱਤਾ ਵੀ ਇਹ ਤਾਂ ਇਸ ਤਰ੍ਹਾਂ ਕਰ ਰਹੇ ਨੇ, ਤਾਂ ਇਹ ਸਾਡੇ ਜੀਵਨ ਵਾਸਤੇ ਦੁਖਦਾਈ ਹੋ ਜਾਏਗਾ। ਘਬਰਾ ਗਏ, ਚਿੰਤਾ ਹੋ ਗਈ, ਇਸ ਕਰਕੇ ਦਰਵਾਜ਼ੇ ਬੰਦ ਕਰ ਦਿੱਤੇ। ਇਹ ਬਿਰਤੀਆਂ ਸਦਾ ਹੀ ਰਹੀਆਂ ਨੇ, ਪਹਿਲਾਂ ਵੀ ਸਨ, ਅੱਜ ਵੀ ਨੇ, ਆਉਣ ਵਾਲੇ ਸਮੇਂ ਵਿੱਚ ਵੀ ਰਹਿਣਗੀਆਂ। ਪਰ ਇੱਕ ਗੱਲ ਪੱਕੀ ਹੈ, ਜਿਹੜਾ ਬੰਦਾ ਕਿਸੇ ਦੀ ਹਾਜ਼ਰੀ ਤੋਂ ਘਬਰਾਉਂਦਾ ਹੈ ਉਹਦੇ ਵਿੱਚ ਆਪਣੇ ਵਿੱਚ ਕਮੀ ਹੈ। ਜਿਹੜਾ ਬੰਦਾ ਕਿਸੇ ਤੋਂ ਘਬਰਾਉਂਦਾ ਹੈ ਨਾ, ਪਿਆ ਡਰਿਆ ਹੋਇਆ ਹੈ, ਡਰ ਹੈ ਉਸਨੂੰ, ਉਸ ਬੰਦੇ ਵਿੱਚ ਕਿਤੇ ਨੁਕਸ ਜ਼ਰੂਰ ਹੈ। ਜਿੱਦਣ ਪੂਰਨਤਾ ਆ ਗਈ, ਜਿੱਦਣ ਸਿਰੇ ਤੇ ਗੱਲ ਚਲੀ ਗਈ, ਕੋਈ ਘਬਰਾਵ ਨਹੀਂ, ਰਵੇ ਸਤਕਾਰ ਠੀਕ ਹੈ, ਨਾ ਰਵੇ ਤਾਂ ਵੀ ਠੀਕ ਹੈ, ਇਹਦੇ ਉੱਤੇ ਜੀਵਨ ਥੋੜੀ ਖੜਾ ਹੈ। ਹਾਂ, ਜੇ ਸਤਕਾਰ ਆਇਆ ਉਹਨੂੰ ਵੀ ਸਤਕਾਰ ਦੇਗਾ ਉਹ, ਕਿਉਂਕਿ ਉਹ ਵੀ ਰੱਬ ਵੱਲੋਂ ਮਿਲਿਆ। ਜੇ ਮਾਇਆ ਆਈਏ ਤੇ ਠੇਡਾ ਨਹੀਂ ਮਾਰੇਗਾ ਉਹਨੂੰ, ਉਹ ਵੀ ਉਹਦੀ ਦਾਤ ਹੈ। ਜੇ ਨਹੀਂ ਆਈ ਤੇ ਘਬਰਾਏਗਾ ਨਹੀਂ। ਇਹਨੂੰ ਕਹਿੰਦੇ ਸੰਪੂਰਨ ਬ੍ਰਹਮ ਬਿਰਤੀ, ਜਿਹਦੇ ਵਿੱਚ ਨਾ ਮਾਇਆ ਉਹਨੂੰ ਡੁਲਾ ਸਕਦੀ ਏ, ਨਾ ਹਿਲਾ ਸਕਦੀ ਕਿਸੇ ਵੀ ਤਰੀਕੇ ਨਾਲ। ਤਾਂ ਸਤਿਗੁਰੂ ਨੇ ਬਚਨ ਕਹੇ, ਊਠਤ ਬੈਠਤ ਕੁਟਲਤਾ ਚਾਲੈ, ਆਪ ਗਏ ਔਰਨ ਹੂੰ ਘਾਲੈ। ਜਦੋਂ ਬੰਦਾ ਆਪ ਖੂਹ ਵਿੱਚ ਡਿੱਗਦਾ ਹੋਵੇ, ਤੁਹਾਨੂੰ ਪਤਾ ਕਿਨਾਰਿਆਂ ਨੂੰ ਹੱਥ ਪਾਉਂਦਾ ਹੀ ਹੈ ਵੀ ਕੱਲਾ ਕਿਉਂ ਡਿੱਗਾ, ਦੋ ਚਾਰ ਹੋਰ ਨਾਲ ਲੈ ਕੇ ਡਿੱਗ ਪਵਾਂ। ਇਹ ਮਨਮੁਖ ਦੀ ਬਿਰਤੀ, ਈਰਖਾਲੂ ਬਿਰਤੀ ਹੈ। ਆਪ ਗਏ ਔਰਨ ਹੂੰ ਘਾਲੈ। ਇੱਕ ਹੋਰ ਬਚਨ ਕੀਤਾ ਕਬੀਰ ਜੀ ਨੇ, ਕਹਿਣ ਲੱਗੇ ਅਵਰਨ ਹਸਤ ਆਪ ਹੈ ਕਾਣੇ। ਕਾਣੇ ਦਾ ਮਤਲਬ ਜਿਹਦੀ ਇੱਕ ਅੱਖ ਨਹੀਂ ਹੈ, ਉਹਨਾਂ ਨੂੰ ਦੂਸਰੇ ਵੱਲ ਵੇਖ ਕੇ ਹੱਸਣ ਦੀ ਆਦਤ ਹੈ। ਬੰਦੇ ਦੀ ਉਚਾਈ ਦੂਸਰੇ ਦੀ ਨਿਵਾਣ ਤੇ ਖੜੀ ਹੁੰਦੀ ਹੈ।
ਅਸੀਂ ਇਹ ਨਹੀਂ ਕਹਿੰਦੇ, ਕਹਿੰਦੇ ਨੇ ਕੋਈ ਆਦਮੀ ਕਿਸੇ ਇੱਕ ਨੇ ਲਕੀਰ ਖਿੱਚ ਦਿੱਤੀ, ਇੱਕ ਨੇ ਪਹਿਲਾਂ ਖਿੱਚੀ ਸੀ, ਪਹਿਲੇ ਦੀ 1 ਫੁੱਟ ਸੀ, ਦੂਜਾ ਆਇਆ ਉਹਨੇ 1.5 ਫੁੱਟ ਖਿੱਚ ਦਿੱਤੀ, ਤਾਂ ਉਹ ਜਿਹੜਾ 1 ਫੁੱਟ ਵਾਲਾ ਬੜਾ ਦੁਖੀ ਹੋ ਗਿਆ, ਬੜਾ ਰੌਲਾ ਪਾ ਦਿੱਤਾ, ਇਹਨੇ ਮੇਰੀ ਸੋਟੀ ਨਾਲ ਖਿੱਚੀ ਹੈ ਜੀ। ਮਸਲਾ ਕੀ ਸੀ ਵੀ ਇਹਦੀ ਲਕੀਰ ਅੱਗੇ ਕਿਉਂ ਚਲੀ ਗਈ? ਇਹਦੀ ਲਕੀਰ ਮੇਰੇ ਬਰਾਬਰ ਜਾਂ ਥੋੜੀ ਜਿਹੀ ਥੱਲੇ 1 ਇੰਚ, ਫਿਰ ਠੀਕ, ਫਿਰ ਮਿੱਤਰਤਾ ਵੀ ਹੈ। ਦੁਨੀਆ ਵਿੱਚ ਥੋੜੀਆਂ ਜਿਹੀਆਂ ਮਿੱਤਰਤਾਵਾਂ ਨੂੰ ਛੱਡ ਕੇ ਬਾਕੀ ਦੀਆਂ ਮਿੱਤਰਤਾਵਾਂ ਤਾਂ ਚੱਲਦੀਆਂ ਨੇ ਜੇ ਲਕੀਰ ਥੋੜੀ ਜਿਹੀ ਛੋਟੀ ਰਵੇ। ਜੇ 1 ਇੰਚ ਅੱਗੇ ਵੱਧ ਗਈ ਮਿੱਤਰਤਾ ਟੁੱਟ ਗਈ, ਉੱਥੇ ਸਭ ਕੁਝ ਚਲਾ ਗਿਆ। ਤਾਂ ਉਹਨੇ 1.5 ਫੁੱਟ ਲਕੀਰ ਖਿੱਚੀ, ਪਹਿਲੇ ਦੀ ਫੁੱਟ ਸੀ, ਤਾਂ ਪਹਿਲਾ ਜਿਹੜਾ ਬਹੁਤ ਈਰਖਾ ਕਰਨ ਲੱਗ ਪਿਆ, ਬੜਾ ਝਗੜਨ ਲੱਗ ਪਿਆ ਉਹਦੇ ਨਾਲ, ਆਰੋਪ ਲਾਉਣ ਲੱਗ ਪਿਆ। ਤੇ ਕੋਲੋਂ ਕੋਈ ਸਿਆਣਾ ਲੰਘ ਰਿਹਾ ਸੀ, ਉਹਨੇ ਕਿਹਾ ਝਗੜਦੇ ਕਿਉਂ, ਕੀ ਗੱਲ, ਕੋਈ ਵੱਡੀ ਗੱਲ ਤਾਂ ਲੱਗਦੀ ਨਹੀਂ, ਕਈ ਵੰਡਣਾ ਤੁਸਾਂ। ਤਾਂ ਉਹ ਕਹਿੰਦਾ ਜੀ ਜਿਹਨੇ ਵੱਡੀ ਖਿੱਚੀ, ਕਹਿੰਦੇ ਇਹਨੇ ਪਹਿਲਾਂ ਇਹਦੀ 1 ਫੁੱਟ ਦੀ ਲਕੀਰ ਇਹਨੇ ਵਾਹੀ ਸੀ ਧਰਤੀ ਤੇ ਮੇਰੀ ਅੱਧੇ ਫੁੱਟ ਦੀ ਸੀ, ਉਦੋਂ ਤਾਂ ਮੇਰਾ ਮਿੱਤਰ ਸੀ ਇਹ, ਉਦੋਂ ਤਾਂ ਬੜਾ ਪਿਆਰ ਕਰਦਾ ਸੀ, ਪਰ ਮੈਨੂੰ ਇੱਕ ਦਿਨ ਖਿਆਲ ਆਇਆ ਤੇ ਮੈਂ ਉਸ ਲਕੀਰ ਨੂੰ ਵਧਾ ਦਿੱਤਾ ਹੈ, ਉਹ 1.5 ਫੁੱਟ ਹੋ ਗਈ। ਉਦੋਂ ਦਾ ਮੇਰੇ ਨਾਲ ਝਗੜਦਾ ਪਿਆ। ਤੇ ਉਹ ਜਿਹਦੀ ਛੋਟੀ ਲਕੀਰ ਸੀ, ਜਿਹੜਾ ਈਰਖਾ ਕਰਦਾ ਸੀ, ਉਹਨੇ ਕਿਹਾ ਸਜਣਾ ਇਹਦੇ ਨਾਲ ਜਿੰਨੀ ਸ਼ਕਤੀ ਨਾਲ ਤੂੰ ਇਹਦੇ ਨਾਲ ਲੜ ਰਿਹਾ ਹੈ, ਇੱਧਰ ਸਮਾਂ ਲਾ ਰਿਹਾ, ਇੱਧਰ ਤਾਕਤ ਲਾ ਰਿਹਾ, ਤੇ ਤੂੰ ਆਪਣੀ ਲਕੀਰ ਨੂੰ ਇਹਦੇ ਤੋਂ ਲੰਬੀ ਕਰ ਲੈ, ਤੂੰ ਖਿੱਚ ਲੈ ਹੋਰ। ਤਾਂ ਬੰਦੇ ਦੀ ਬਿਰਤੀ ਜਿਹੜੀ ਹੈ ਉਹ ਇਹ ਨਹੀਂ ਕਿ ਮੇਰੀ ਲਕੀਰ ਲੰਬੀ ਹੋਵੇ, ਉਹਦਾ ਮਸਲਾ ਇਹ ਹੈ ਕਿ ਦੂਜੇ ਦੀ ਲਕੀਰ ਮੇਰੇ ਤੋਂ ਛੋਟੀ ਰਵੇ, ਇੱਥੇ ਗੱਲ ਖੜੀ ਹੈ। ਪਰ ਇਹ ਕਦੀ ਸਮਝਿਆ ਨਹੀਂ ਗੁਰੂ ਨੂੰ। ਗੁਰੂ ਕਲਗੀਧਰ ਪਾਤਸ਼ਾਹ ਨੂੰ ਭਾਈ ਦਇਆ ਸਿੰਘ ਜੀ ਬੜੇ ਵੈਰਾਗ ਵਿੱਚ ਆ ਗਏ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਮਿਲੀ ਰਾਏਕੋਟ ਵਿੱਚ। ਉਹ ਤਾਂ ਬੜੀ ਵੱਡੀ ਗੱਲ ਸੀ, ਬੜੀ ਉੱਚੀ ਗੱਲ ਸੀ, ਬੜੇ ਵੈਰਾਗ ਵਿੱਚ। ਸਤਿਗੁਰਾਂ ਨੇ ਵੇਖ ਲਿਆ ਕਿ ਭਾਈ ਦਇਆ ਸਿੰਘ ਬਹੁਤੇ ਵੈਰਾਗ ਵਿੱਚ ਲੱਗਦੇ ਨੇ, ਬਾਂਹ ਫੜ ਕੇ ਹਿਲਾਇਆ, ਸਿਰ ਨੀਵਾਂ ਸੀ, ਕਹਿਣ ਲੱਗੇ ਕੀ ਗੱਲ, ਅੰਦਰੋਂ ਕੋਈ ਗੱਲ ਬਦਲ ਗਈ ਲੱਗਦੀ। ਭਾਈ ਦਇਆ ਸਿੰਘ ਜੀ ਦੀਆਂ ਅੱਖਾਂ ਵਿੱਚ ਪਾਣੀ ਸੀ ਔਰ ਉਹਨਾਂ ਨੇ ਬਚਨ ਕਿਹਾ, ਸਤਿਗੁਰੂ ਮੇਰੇ ਮਨ ਵਿੱਚ ਇੱਕ ਗੱਲ ਆਈ ਹੈ, ਅਸੀਂ ਹਜ਼ਾਰਾਂ ਦੀ ਗਿਣਤੀ ਵਿੱਚ ਤੁਹਾਡੇ ਸਿੱਖ ਹਾਂ, ਤੁਹਾਡੇ 4 ਸਾਹਿਬਜ਼ਾਦੇ ਸਨ, ਮੈਂ ਇੱਕ ਝੋਰੇ ਵਿੱਚ ਹਾਂ, ਅਸੀਂ ਇੱਕ ਹੀ ਬਚਾ ਲੈਂਦੇ, ਇੱਕ ਨੂੰ ਲੈ ਆਉਂਦੇ ਕੱਢ ਕੇ, ਮੈਂ ਜੂ ਨਾਲ ਆਇਆ ਤੁਹਾਡੇ। ਬਾਬਾ ਅਜੀਤ ਸਿੰਘ ਆ ਸਕਦਾ ਸੀ। ਸਤਿਗੁਰਾਂ ਨੇ ਉੱਥੇ ਇੱਕ ਪਈ ਹੋਈ ਸੋਟੀ ਫੜੀ, ਜ਼ਮੀਨ ਕੱਚੀ ਸੀ, ਜ਼ਮੀਨ ਦੇ ਉੱਤੇ 4 ਲੀਕਾਂ ਵਾਹ ਦਿੱਤੀਆਂ। ਕਹਿਣ ਲੱਗੇ ਇਹ ਕੀ ਹੈ? ਕਲਗੀਧਰ ਪਾਤਸ਼ਾਹ ਨੇ ਪੁੱਛਿਆ ਇਹ ਕੀ ਹੈ? ਕਹਿਣ ਲੱਗੇ ਲਕੀਰਾਂ ਹਨ। ਪਹਿਲਾਂ 4 ਲਕੀਰਾਂ ਵਾਹ ਦਿੱਤੀਆਂ, ਫਿਰ ਹੱਥ ਮਾਰ ਕੇ 4 ਲਕੀਰਾਂ ਮਟੇ ਦਿੱਤੀਆਂ। ਕਹਿਣ ਲੱਗੇ ਹੁਣ ਕੀ ਹੈ? ਕਹਿਣ ਲੱਗੇ ਹੈ ਤਾਂ ਉਹੀ ਜਿਹੜੀ ਪਹਿਲਾਂ ਮਿੱਟੀ ਸੀ, ਉਹੀ ਧਰਤੀ, ਲਕੀਰਾਂ ਵਿੱਚ ਆਈਆਂ ਤੇ ਮਿਟ ਗਈਆਂ, ਪਹਿਲਾਂ ਵੀ ਇਹ ਸਾਫ਼ ਥਾਂ ਮਿੱਟੀ ਸੀ, ਹੁਣ ਵੀ ਮਿੱਟੀ ਹੈ। ਸਤਿਗੁਰਾਂ ਨੇ ਕਿਹਾ ਭਾਈ ਦਇਆ ਸਿੰਘ ਜੀ ਇੱਥੇ ਬੜੇ ਲੋਕਾਂ ਨੇ ਲਕੀਰਾਂ ਵਾਹੀਆਂ ਨੇ, ਬੜੇ ਆਏ ਨੇ, ਬੜੇ ਲਕੀਰਾਂ ਵਾਹੁੰਦੇ ਰਹੇ, ਬੜੇ ਨਕਸ਼ੇ ਬਣਾ ਬਣਾ ਕੇ, ਇੱਥੇ ਲਕੀਰਾਂ ਕਿਸੇ ਦੀਆਂ ਨਹੀਂ ਰਹੀਆਂ, ਅਖੀਰ ਨੂੰ ਸਾਰੀਆਂ ਮਿਟ ਜਾਂਦੀਆਂ ਨੇ। ਭਾਈ ਸਾਹਿਬ ਨੇ ਕਿਹਾ ਮਹਾਰਾਜ ਇਹ ਤਾਂ ਤੁਹਾਡੀ ਬਿਰਤੀ ਹੈ ਨਾ, ਸਾਡੀ ਬਿਰਤੀ ਪਿਆਰ ਵਿੱਚ ਮੋਹ ਵਿੱਚ ਹੈ। ਉਹਨਾਂ ਨੇ ਕਿਹਾ ਉਹ ਠੀਕ ਹੈ, ਮੈਂ ਸਮਝਣਾ ਕਿ ਬੱਚਿਆਂ ਦਾ ਮੋਹ ਮੈਨੂੰ ਵੀ ਹੈ, ਬਹੁਤ ਵੱਡੀ ਗੱਲ, ਛੋਟੀ ਨਹੀਂ। ਕਵਿਤਾਵਾਂ ਕਹਿਣੀਆਂ, ਸ਼ੇਰ ਕਹਿ ਦੇਣੇ ਸੌਖੇ ਨੇ, ਉਹਦੇ ਵਿੱਚੋਂ ਲੰਘਣਾ ਬੜਾ ਔਖਾ ਹੈ। ਸੋਚ ਕੇ ਵੇਖਣਾ ਜਰਾ, ਸ਼ਹਾਦਤ ਦੇਣੀ ਤੇ ਬੱਚਿਆਂ ਦੀ ਬੜੀ ਦੂਰ ਦੀ ਗੱਲ ਹੈ, ਉਹਦੇ ਬਾਰੇ ਖਿਆਲ ਕਰਨਾ ਵੀ ਬੜਾ ਔਖਾ ਹੈ। ਇਹ ਮਿਟ ਗਈਆਂ। ਸਤਿਗੁਰਾਂ ਨੇ ਕਿਹਾ ਇੱਥੇ ਬੜੇ ਆਏ,
ਕਈਆਂ ਨੇ ਲਕੀਰਾਂ ਵਾਹੀਆਂ ਨੇ, ਦੱਸ ਕਿੱਥੇ ਨੇ ਉਹ ਸਾਰੀਆਂ ਲਕੀਰਾਂ, ਕਿੱਧਰ ਗਈਆਂ? ਕੁਝ ਵੀ ਨਹੀਂ ਕਿਤੇ। ਇਸ ਲਈ ਲਕੀਰਾਂ ਨਾਲ ਬਹੁਤਾ ਛੋਟੀਆਂ ਵੱਡੀਆਂ ਨਾਲ ਪਿਆਰ ਨਹੀਂ ਕਰਨਾ ਚਾਹੀਦਾ। ਲੋਕ ਲਕੀਰਾਂ ਨੂੰ ਫੜ ਕੇ ਬਹਿ ਗਏ, ਵੱਡੀ ਛੋਟੀ ਦੇ ਚੱਕਰ ਵਿੱਚ ਪੈ ਗਏ। ਇੱਥੇ ਵੱਡਿਆਂ ਦੀਆਂ ਵੀ ਮਿਟ ਗਈਆਂ, ਛੋਟਿਆਂ ਦੀਆਂ ਵੀ ਮਿਟ ਗਈਆਂ। ਉਹ ਨਹੀਂ ਪਰਵਾਹ ਕਰਦਾ ਕਿਸੇ ਦੀ। ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ एते भय तो कहाँ पै भूपत एते भय तो कहाँ पै भूपत अंत को नागे ही पाए पधारे। इस करके तात कादी है, बंदा इन्हां चीज़ां नूं फड़दा है। तां बेनती कर रहा सी, हजूर कहंदे अवरन हस्त आप है काने तिनको देख कबीर लजाने। कबीर नूं उन्हां वल वेख के लज्जा आ रही भी किहड़ी गल पिछे झगड़दे पे। वाट ना करे मामला जाने मेहमान, इत्थे बहुत सारे आए बहुत चले गए, वडियाइयां भी हुईयां निंदिया भी हुई, ना वडियाई वाले रहे ना निंदिया वाले रहे। बड़ा कुछ आया है, खाक हो गया। बचन वाली चीज़ सी ओदी याद, ओदा नाम, जिहड़े ओदे नाल जुड़े वो अमर हो गए, जिंदा हो गए। तो सतगुरु ने बचन कीते ने, कहंदे मंत्री होए अठूहियां, अखरी अर्थ करन दा यतन करम। मंत्री होए अठूहियां नागी लगे जाए, मनमुख नूं समझा रहे ने। गल आपां कर रहे सी कि तात पराई जिहड़ी है ना, वो बंदे दे जप तप ते सब कुछ नूं नष्ट करी जांदी। ईरखा जिहड़ी है, इत्थे मंत्री दा अर्थ है अठूहियां दा, किसे नूं अठूहा वढ गया ते उहदे वास्ते कईयां इलाकिਆਂ ਵਿੱਚ मंत्र वरते ਜਾਂਦੇ ਨੇ ਉਹਦੀ ਜ਼ਹਿਰ ਲਾਉਣ ਵਾਸਤੇ। ਉਹਨਾਂ ਦਾ ਉਸ ਤਰ੍ਹਾਂ ਦਾ ਤਰੀਕਾ ਹੈ। ਕਹਿੰਦੇ ਕੋਈ ਬੰਦਾ ਅਠੂਹਿਆਂ ਦਾ ਮੰਤਰੀ ਸੀ, ਉਹਨੇ ਕਹਿੰਦੇ ਸੱਪ ਨੂੰ ਹੱਥ ਪਾ ਲਿਆ ਜਾ ਕੇ। ਹੁਣ ਸੱਪ ਦੇ ਨਾਲ ਹੱਥ ਮਿਲਾਉਣਾ ਸੌਖੀ ਗੱਲ? ਆਪਣ ਹੱਥੀ ਆਪਣੇ ਦੇ ਕੂਚਾ ਆਪੇ ਲਾਏ। ਐਸੇ ਮਨੁੱਖ ਨੇ ਆਪਣੀ ਜ਼ਿੰਦਗੀ ਨੂੰ ਆਪ ਹੀ ਕੂਚਾ ਦੇ ਅਰਥ ਨੇ ਅੱਗ ਦਾ ਲਾਂਬੂ ਲਾ ਲਿਆ। ਇਹਦਾ ਭਾਵ ਹੈ ਕਿ ਗੁਰਮੁਖ ਦੀ ਨਿੰਦਿਆ ਕਰਨ ਵਾਲਾ ਆਪਣੀ ਜ਼ਿੰਦਗੀ ਨੂੰ ਆਪ ਹੀ ਤਬਾਹ ਕਰ ਲੈਂਦਾ ਹੈ, ਆਪਣੇ ਹੱਥਾਂ ਨਾਲ ਆਪ ਹੀ ਅੱਗ ਲਾ ਲੈਂਦਾ। ਉਹ ਈਰਖਾ ਕਿਉਂ ਕਰਦਾ ਹੈ? ਕਿਉਂਕਿ ਅੰਦਰ ਤਾਤ ਹੈ, ਜਿਹਦੀ ਗੱਲ ਆਪਾਂ ਪਹਿਲਾਂ ਕਰ ਚੁੱਕੇ ਹਾਂ। ਹਜ਼ੂਰ ਨੇ ਬਚਨ ਵੀ ਕੀਤੇ, ਕਹਿੰਦੇ ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ। ਉਹਦਾ ਭਲਾ ਨਹੀਂ ਹੋ ਸਕਦਾ ਜਿਹਦੇ ਵਿੱਚ ਈਰਖਾ ਹੈ। ਹੁਣ ਭਲਾ ਹੁੰਦਾ ਹੀ ਤਾਂ ਨਹੀਂ ਪਿਆ। ਬੜੀਆਂ ਸ਼ਿਕਾਇਤਾਂ ਨੇ, ਭਲਾ ਨਹੀਂ ਹੋ ਰਿਹਾ। ਬੜੇ ਤਰੀਕੇ ਨੇ, ਬੜੇ ਸਟੇਟਮੈਂਟਸ ਇਹ ਮਿਲਦੀਆਂ ਨੇ, ਭਲਾ ਨਹੀਂ ਹੁੰਦਾ। ਇਹ ਵੀ ਕਰੀਦਾ, ਉਹ ਵੀ ਕਰੀਦਾ। ਗੁਰੂ ਗ੍ਰੰਥ ਸਾਹਿਬ ਨੂੰ ਸੁਣਿਆ ਕਦੀ? ਭਲਾ ਕਿਵੇਂ ਹੋਵੇਗਾ? ਕਿਵੇਂ ਹੋਵੇਗਾ ਭਲਾ? ਇਹ ਤੇ ਪੂਰਕ ਨੇ ਚੀਜ਼ਾਂ। ਬਾਣੀ ਪੜ੍ਹਨੀ, ਨਾਮ ਜਪਣਾ, ਅੰਦਰ ਜਿਹੜੀ ਜਿੱਥੇ ਜੜ ਖੁੱਭੀ ਹੋਈ ਹੈ, ਜਿੱਥੇ ਗੰਦ ਪਿਆ, ਉਹਦੇ ਵੱਲ ਵੀ ਕਦੀ ਧਿਆਨ ਕੀਤਾ ਹੈ? ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਭਲਾ ਨਹੀਂ ਹੋਣਾ ਇਸ ਤਰ੍ਹਾਂ ਜੋ ਮਰਜ਼ੀ ਕਰ ਲੈ। ਜਿੰਨਾ ਚਿਰ ਪਰਾਈ ਤਾਤ ਹੈ, ਤੂੰ ਕਿਸੇ ਨਾਲ ਖਹਿਨਾ ਹੈ, ਉਹ ਮੇਰੇ ਤੋਂ ਅੱਗੇ ਨਾ ਨਿਕਲ ਜਾਏ। ਉਹ ਵੱਡਾ ਕਿਉਂ ਹੈ? ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ। ਫਿਰ ਇਹ ਤਾਤ ਪਰਾਈ ਕਿਵੇਂ ਮਿਟੇਗੀ? ਇਹਦੀ ਕੋਈ ਦਵਾਈ ਵੀ ਹੈ? ਬੜਾ ਵੱਡਾ ਰੋਗ ਹੈ। ਸਗੋਂ ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਜੀ ਦੇ ਬਚਨ ਨੇ, ਉਹ ਕਹਿੰਦੇ ਨੇ ਦੱਸ ਤੈਨੂੰ ਕਿਹੜਾ ਰੋਗ ਹੈ, ਮੈਂ ਦਵਾਈ ਦੇ ਦਿਆਂਗਾ। ਕਿਹੜਾ ਰੋਗ ਹੈ? ਸਾਰਿਆਂ ਰੋਗਾਂ ਦੀ ਦਵਾਈ ਹੈ ਬਾਣੀ ਵਿੱਚ। ਸਰੀਰਕ ਹੈ, ਮਨ ਦਾ ਹੈ, ਮਾਇਆ ਨਹੀਂ, ਸਾਰੀਆਂ ਚੀਜ਼ਾਂ ਹਨ ਗੁਰਬਾਣੀ ਵਿੱਚ। ਪਰ ਧੰਨ ਗੁਰੂ ਗ੍ਰੰਥ ਸਾਹਿਬ ਨੇ ਕਹਿ ਦਿੱਤਾ ਵੀ ਇੱਕ ਬੰਦੇ ਦੀ ਦਵਾਈ ਨਹੀਂ ਮੇਰੇ ਕੋਲ। ਨਿੰਦਕ ਦੀ ਕੋਈ ਦਵਾਈ ਨਹੀਂ, ਈਰਖਾਲੂ ਦੀ ਕੋਈ ਦਵਾਈ ਨਹੀਂ ਹੈ। ਔਖਦ ਸਭੇ ਕੀਤਿਉਨ
ਨਿੰਦਕ ਕਾ ਦਾਰੂ ਨਾ ਹੈ। ਨਿੰਦਕ ਦੀ ਦਵਾਈ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ। ਹੁਣ ਇਹ ਗੱਲ ਸਪਸ਼ਟ ਹੋ ਹੀ ਜਾਏਗੀ, ਕਿਉਂਕਿ ਅਸੀਂ ਬੜੇ ਕਹਿੰਦੇ ਆ ਕਿ ਚਲੋ ਵੈਸੇ ਤਾਂ ਕੋਈ ਬਾਣੀ ਪੜ੍ਹਦਾ ਹੀ ਨਹੀਂ, ਪਰ ਪੜ੍ਹਨ ਵਾਲੇ ਕਹਿੰਦੇ ਬਣਦਾ ਕੁਝ ਨਹੀਂ। ਬਹੁਤ ਸਾਰੀ ਸ਼ਿਕਾਇਤ ਹੈ। ਸੁਖਮਣੀ ਸਾਹਿਬ ਵੀ ਹੁੰਦਾ ਹੈ ਹਫ਼ਤੇ ਬਾਅਦ, ਉੱਥੇ ਵੀ ਜਾਈਦਾ, ਰੈਣ ਸੁਬਾਈ ਕੀਰਤਨ ਤੇ ਵੀ ਜਾਈਦਾ, ਦੀਵਾਨ ਲੱਗੇ ਸਨ ਉੱਥੇ ਵੀ ਗਏ ਆ, ਸੇਵਾ ਵੀ ਕੀਤੀ ਹੈ, ਬੜਾ ਕੁਝ ਕੀਤਾ। ਤੇ ਆ ਕੇ ਕੀ ਕੀਤਾ ਫਿਰ? ਉੱਥੇ ਕੀ ਕੀਤਾ? ਜਿਆਦੇ ਤਾਂ ਉੱਥੇ ਹੀ ਬੈਠ ਜਾਂਦੇ ਟੋਲੀਆਂ ਬਣਾ ਕੇ ਦੀਵਾਨ ਦੇ ਵਿੱਚ ਹੀ, ਸਮਾਂ ਕੱਢ ਕੇ ਨਾ। ਜਿੱਥੇ ਦੀਵਾਨ ਹੁੰਦਾ ਹੈ ਨਾ, ਉੱਥੇ ਰਿਸ਼ਤੇਦਾਰ ਤੇ ਇਕੱਠੇ ਹੁੰਦੇ ਨੇ, ਇੱਧਰੋਂ ਉੱਧਰੋਂ ਇਕੱਠੇ ਹੋ ਕੇ ਆ ਜਾਂਦੇ। ਤਾਂ ਉੱਥੇ ਜਾ ਕੇ ਕਰਦੇ ਕੀ ਕਿ ਇੱਧਰ ਉੱਧਰ ਇੱਕ ਦੋ ਕੋਣਾ ਰੱਖਿਆ ਹੁੰਦਾ, ਬਹਿ ਕੇ ਤੈਨੂੰ ਫਲਾਣੇ ਨੇ ਇਹ ਕਹਿ ਦਿੱਤਾ ਜੀ, ਉਹਨੇ ਨੇ ਇਹ ਕਹਿ, ਇੱਕ ਦੂਜੇ ਨੂੰ ਥੋੜਾ ਜਿਹਾ ਹਾਰ ਸ਼ਿੰਗਾਰ ਜਿਹਾ ਲਾ ਕੇ ਗੱਲਾਂ ਨੂੰ ਮੇਕਅਪ ਕਰਕੇ ਪਹੁੰਚਾ ਦਿੱਤਾ, ਦੁਬਦਾ ਪਾ ਦਿੱਤੀ, ਘਰ ਪਾੜ ਦਿੱਤੇ, ਦੁਫੇੜ ਕਰ ਦਿੱਤਾ, ਚੁਗਲੀ ਕਰ ਦਿੱਤੀ, ਕਿਸੇ ਦੀ ਨਿੰਦਿਆ ਕਰ ਆਏ। ਪਰਤ ਕੇ ਕਿਹਾ ਜੀ ਬਾਬਾ ਜੀ ਭਲਾ ਨਹੀਂ ਹੋਇਆ। ਭਲਾ ਕਿੱਥੋਂ ਹੋਵੇਗਾ? ਉਹ ਕੰਮ ਨਹੀਂ ਕੀਤਾ ਜਿਹੜਾ ਕਿਹਾ ਸੀ ਗੁਰੂ ਨੇ, ਉਸ ਤਰ੍ਹਾਂ ਨਹੀਂ ਕੀਤਾ। ਕੰਮ ਕੀਤਾ ਹੈ, ਉਸ ਤਰ੍ਹਾਂ ਨਹੀਂ ਕੀਤਾ ਜਿਵੇਂ ਕਿਹਾ ਸੀ। ਤਾਂ ਇਸ ਤਰ੍ਹਾਂ ਦੇ ਜੀਵਨ ਦੀ ਕੋਈ ਦਵਾਈ ਨਹੀਂ। ਜਿਹੜਾ ਕਰਦਾ ਵੀ ਸਾਰਾ ਕੁਝ ਹੈ ਤੇ ਛੱਡਣ ਵਾਲੀਆਂ ਚੀਜ਼ਾਂ ਨੂੰ ਛੱਡਦਾ ਵੀ ਨਹੀਂ। ਫਿਰ ਜਦੋਂ ਬੇਬਸ ਹੋ ਕੇ ਅਰਦਾਸ ਕੀਤੀ ਗੁਰੂ ਚਰਨਾਂ ਵਿੱਚ, ਇਸ ਪਰਾਈ ਤਾਤ ਦਾ ਕੋਈ ਇਲਾਜ ਹੈ? ਤੇ ਕੋਈ ਇਲਾਜ ਨਹੀਂ ਹੋਰ ਦੱਸਿਆ। ਇੱਕ ਗੱਲ ਫਿਰ ਸਤਿਗੁਰੂ ਨੇ ਕਹਿ ਦਿੱਤੀ ਵੀ ਚਲੋ ਇਹ ਕਰਕੇ ਦੇਖ ਲਓ ਜੇ ਤੁਹਾਡੇ ਤੋਂ ਹੋ ਗਈ। ਜਪ ਤਪ ਨਹੀਂ ਕਿਹਾ ਉੱਥੇ, ਜਪ ਤਪ ਨਾਲ ਨਹੀਂ ਹਟਣਾ ਹੈ। ਨਾ ਉੱਥੇ ਜਪ ਕਿਹਾ, ਨਾ ਤਪ, ਨਾ ਸੇਵਾ, ਕੁਝ ਨਹੀਂ ਕਿਹਾ। ਉੱਥੇ ਇੱਕੋ ਹੀ ਗੱਲ ਕਹੀ ਹੈ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਇਹਦਾ ਇਲਾਜ ਸਾਧ ਸੰਗਤ ਵਿੱਚ ਹੀ ਹੈ, ਹੋਰ ਕਿਤੇ ਨਹੀਂ। ਜਿਹੜੇ ਅਸਾਧ ਰੋਗ ਨੇ ਨਾ, ਜਿਹਨੂੰ ਕਹਿੰਦੇ ਨੇ ਕਰਮ ਰੋਗ, ਕੋਈ ਨਹੀਂ ਮਿਟਾ ਸਕਦਾ ਸਾਧ ਸੰਗਤ ਤੋਂ ਬਿਨਾਂ। ਗੁਰੂ ਦੀ ਹਜ਼ੂਰੀ ਵਿੱਚ ਹੀ ਮਿਟਣਗੇ। ਜੇ ਕਰਨ ਦੀ ਜਾਚ ਆ ਜਾਏ, ਜੇ ਤਰੀਕਾ ਆ ਜਾਏ, ਇਸ ਤਰ੍ਹਾਂ ਨਹੀਂ ਭੱਜਿਆਂ ਦੌੜਿਆਂ ਦੋ ਕੁ ਦਿਨ ਆਏ ਹੋ ਜਾਏਗਾ। ਕੋਈ ਬੰਦਾ ਹੱਥ ਰੱਖ ਕੇ ਕਿਸੇ ਕਮਰੇ ਵਿੱਚ ਤੁਹਾਡਾ ਇਲਾਜ ਨਹੀਂ ਕਰੇਗਾ। ਗੁਰੂ ਨਹੀਂ ਕਰਨਾ ਹੈ, ਕੋਲ ਬਹਿਣਾ ਪਏਗਾ। ਲਗਾਤਾਰ ਹਜ਼ੂਰੀ ਵਿੱਚ ਸਿਰਫ ਬਹਿਣਾ ਪਏਗਾ, ਹੋਰ ਕੁਝ ਨਹੀਂ। ਸਮਰਪਿਤ ਹੋ ਕੇ ਇੱਕ ਭਾਵ ਦੇ ਨਾਲ ਇੱਕ ਸੰਪਰਕ ਰੱਖਣਾ ਪਏਗਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ, ਇੱਕ ਪਿਆਰ ਜਤਾਉਣਾ ਪਏਗਾ, ਹਜ਼ੂਰੀ ਪਾਲਣੀ ਪਏਗੀ, ਸ਼ਰਨ ਵਿੱਚ ਰਹਿਣਾ ਪਏਗਾ। ਤਾਂ ਇਸ ਚਾਰ ਦੀਵਾਰੀ ਵਿੱਚ ਬਹੁਤ ਕੁਝ ਵਾਪਰ ਸਕਦਾ ਹੈ ਜੋ ਕਦੀ ਸੋਚਿਆ ਨਹੀਂ ਜਾ ਸਕਦਾ, ਜੇ ਅਸੀਂ ਤਿਆਰ ਹੋ ਗਏ। ਹਾਂ, ਇਹ ਮੈਂ ਕਹਿ ਦਿਆਂ, ਜਿੰਨਾ ਚਿਰ ਅਸੀਂ ਪੂਰੀ ਤਰ੍ਹਾਂ ਤਿਆਰ ਨਹੀਂ ਹੋਏ ਉਹਨਾਂ ਚਿਰ ਕੁਝ ਨਹੀਂ ਹੋਵੇਗਾ ਬਿਲਕੁਲ। ਫਿਰ ਇਹ ਆਮ ਗੱਲਾਂ, ਰੋਜ਼ ਦੀਵਾਨ ਸਜਦੇ ਨੇ, ਅਸੀਂ ਜਾਣਦੇ ਹਾਂ, ਹੁੰਦਾ ਸਭ ਕੁਝ, ਚੱਲੀ ਜਾਂਦਾ ਹੈ, ਹੁੰਦਾ ਕੁਝ ਨਹੀਂ। ਤਾਂ ਸਤਿਗੁਰੂ ਨੇ ਅੱਜ ਜੋ ਬਚਨ ਕੀਤੇ ਨੇ, ਐਸਾ ਮਨੁੱਖ ਆਪਣੇ ਜੀਵਨ ਨੂੰ ਖੁਦ ਹੀ ਬਰਬਾਦ ਕਰਦਾ ਹੈ। ਸ਼ਾਮ ਦੇ ਦੀਵਾਨ ਦੇ ਅੰਦਰ ਇਸ ਤਰ੍ਹਾਂ ਦੇ ਵਿਚਾਰ ਜਿਹੜੇ ਹੋਰ ਰਹਿੰਦੇ ਨੇ, ਗੁਰਮੁਖ ਸਿਉ ਮਨਮੁਖ ਅੜੈ, ਡੁੱਬੈ ਹੱਕ ਨਿਆਏ, ਇਹਨਾਂ ਦੇ ਵਿਚਾਰ ਸ਼ਾਮ ਦੇ ਦੀਵਾਨ ਵਿੱਚ 6 ਵਜੇ ਤੋਂ ਲੈ ਕੇ 7 ਵਜੇ ਤੱਕ ਸਾਂਝੀ ਕੀਤੀ ਜਾਏਗੀ। ਅੱਜ ਇੰਨੀਆਂ ਬੇਨਤੀਆਂ ਆਪ ਜੀ ਨੂੰ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।